अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, कसूर के इलाका थाना बी डिवीजन की हदूद में बेटे ने बाप को फायरिंग करके मौत के घाट उतार दिया। ये उसने क्यों किया और किस तरह ये कत्ल की वारदात को वो छुपाता रहा, ये बताएंगे आज के प्रोग्राम तफ्तीश। नाजरीन, हमारे साथ वो मुलजिम मौजूद है जिसने अपने ही बाप को फायरिंग करके मौत के घाट उतार दिया। उसके बाद ये उस कत्ल का मुद्दई बनने की भी कोशिश करता रहा। ये अंधे कत्ल की वारदात है। पुलिस ने इसे किस तरह से गिरफ्तार किया वो भी बताएंगे। पहले इससे जानते हैं कि इसने अपने वालिद को, अपने बाप को क्यों कत्ल किया। की नाम है तेरा? की करना है इमदाद? सलमे सतारे दा किथे? घर ही करना है। किन्ने भैन भरा हो? पंज। बड़ा है छोटा? सब तो नहीं, मेरा भरा वड्डा होंदे, छोटा मैं। अच्छा, भैन तेरे तो छोटियां? 3 भैन है। सही है। सलमे सतारे दा काम करना है। किथे दे रहने वाले? शेख भागो पिंड। ठीक है। ते वालिद नू कत्ल करते ही अपने? नाजा की चल रहा सी वालिद ना? पैसे नहीं दिंदा हैगा सी, सानू घर तो लादा कीता होया सी। पैसे नहीं दिंदा सी? अच्छा। उन्होंने काफ़ी दफ़ा समझाया, रिश्तेदारां ने भी नहीं समझा। कदों दा तनाज़ा चल रहा सी? क्यों पैसे नहीं दिंदा सी? निक्की दी गल ते 6-7 महीने 6-7 महीने तो पहले पैसे दिंदा सी? हाँ जी। हैं 6-7 महीने तो की होया? वो लोगों ने पैसे दिंदा सी उधारे। सूद ते किसी ਨੂੰ ਕਨੇ 10 ਲੱਖ ਦੇਣਾ, ਕਿਸੇ 5 ਲੱਖ ਦੇ ਦਿੰਦਾ ਸੀ। ਅਸੀਂ ਇਹ ਚੀਜ਼ ਤੋਂ ਰੋਕਣਾ, ਇਸ ਚੀਜ਼ ਤੋਂ ਰੋਕਦਾ ਨਹੀਂ ਤੇ ਉਹ ਦੂਸਰੀ ਜਗ੍ਹਾ ਤੇ ਚਲਾ ਗਿਆ। ਸਾਡੇ ਇੱਕ ਹੋਰ ਜਗ੍ਹਾ ਉੱਥੇ ਜਿੱਥੋਂ ਰਹਿੰਦਾ ਸੀ ਤੇ ਉੱਥੇ ਚਲਾ ਗਿਆ ਤੇ ਸਾਡੇ ਤੋਂ ਲੈਦਾ ਹੋ ਗਿਆ। ਕਿਹਦੇ ਤੋਂ? ਤੁਹਾਡੇ ਕਿਹਦੇ ਤੋਂ? ਅਸੀਂ ਦੋਵੇਂ ਭਰਾ ਤੇ ਸਾਡੇ ਦੋਵੇਂ ਬੀਵੀਆਂ ਸੀ ਇਕੱਠੇ ਥਾਂ ਤੇ, ਸਾਡੀਆਂ ਭੈਣਾਂ ਤੇ ਸਾਡੀ ਅੰਮੀ, ਉਹ ਲੈਦਾ ਹੋ ਗਿਆ ਸੀ। ਅੱਛਾ, ਭੈਣਾਂ ਤੇ ਅੰਮੀ ਉਹਦੇ ਨਾਲ ਚਲੇ ਗਏ। ਠੀਕ ਹੈ। ਕਿੰਨੀ ਦੇਰ ਪਹਿਲੇ? 7 ਮਹੀਨੇ ਪਹਿਲੇ। 7 ਮਹੀਨੇ ਪਹਿਲੇ ਇਕੱਠੇ ਰਹਿੰਦੇ ਸੀ ਸ਼ੇਖਮ ਚੋਈ? ਹਾਂਜੀ। ਫਿਰ ਨਵਾਂ ਘਰ ਬਣਾ ਲਿਆ? ਹਾਂਜੀ। ਕਿ ਬਣਿਆ ਸੀ ਪਹਿਲੇ? ਬਣਿਆ ਸੀ, ਉਹ ਸ਼ਿਫਟ ਹੋਏ ਸੀ। ਦੁੱਧ ਵੀ ਜਿਹੜਾ ਸਾਡਾ ਲੱਗਾ ਹੋਇਆ ਸੀ ਉਹ ਵੀ ਸਾਡੇ ਵਾਲਿਆਂ ਨੇ ਬੰਦ ਕਰਵਾ ਦਿੱਤਾ ਸੀ। ਅੱਛਾ। ਤੇ ਪੈਸੇ ਵੀ ਨਹੀਂ ਸਾਨੂੰ ਦਿੰਦਾ ਹੈਗਾ ਸੀ ਤੇ ਘਰ ਦੇ ਖਰਚੇ ਚਲਾਉਣੇ ਬਹੁਤ ਮੁਸ਼ਕਲ ਸੀ। ਬਿਜਲੀ ਦਾ ਬਿੱਲ ਵੀ ਦੇਣਾ ਤੇ ਮਹਿੰਗਾਈ ਬਹੁਤ ਜ਼ਿਆਦਾ ਹੁੰਦੀ ਵੀ, ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ। ਤੇ ਰਿਸ਼ਤੇਦਾਰਾਂ ਵੀ ਸਮਝਾਇਆ ਵੀ ਤੇਰੇ ਬੇਟੇ ਨੇ ਤੇ ਇਸ ਤਰ੍ਹਾਂ ਨਾ ਕਰ, ਤੇ ਉਹਨੇ ਮੇਰੀ ਮਰਜ਼ੀ, ਮੇਰੀ ਜਾਇਦਾਦ, ਮੈਂ ਜਿਸ ਤਰ੍ਹਾਂ ਮਰਜ਼ੀ ਕਰਾਂ, ਕੋਈ ਮੈਨੂੰ ਨਹੀਂ ਰੋਕ ਸਕਦਾ। ਅੱਛਾ। ਤੇ ਕਾਫੀ ਕਨੀਦਾ ਲੜਾਈ ਝਗੜੇ ਸਾਡੇ ਹੁੰਦੇ ਰਹੇ। ਤੇ ਲੜਾਈ ਝਗੜੇ ਕਦੋਂ ਹੋਇਆ? ਪਹਿਲੇ ਕਦੋਂ ਲੜਾਈ ਝਗੜੇ ਹੋਏ? 3-4 ਮਹੀਨੇ ਪਹਿਲੇ ਵੀ ਕਨੀਦਾ ਜਦੋਂ ਆਣਾ ਜਾਣਾ, ਅਸੀਂ ਉਹਦੇ ਕੋਲ ਪੈਸੇ ਮੰਗਣੇ ਨਾ ਦੇਣੇ ਕੰਨੇ, ਤੇ ਅਸੀਂ ਕਨੀਦਾ ਇੱਕ ਦੂਜੇ ਨਾਲ ਬੋਲ ਬੁਲਾਰਾ ਕਰਨਾ ਝਗੜਾ ਕਰਨਾ। ਲੜਾਈ ਝਗੜਾ ਪਿਓ ਨਾਲ ਹੁੰਦਾ ਸੀ? ਹੱਥੀ ਵੀ ਪੈਂਦੇ ਸੀ? ਕੌਣ? ਮੈਂ ਤੇ ਮੇਰਾ ਵਾਲਾ। ਸਿਰਫ ਤੁਸੀਂ ਦੋਨੋਂ ਹੀ ਲੜਦੇ ਸੀ? ਸਹੀ ਹੈ। ਤੂੰ ਕਹਿੰਦਾ ਸੀ ਪੈਸੇ ਦੇ ਮੈਨੂੰ। ਕਿੰਨੀ ਉਮਰ ਹੈ ਤੇਰੀ? ਮੇਰੀ 23 ਸਾਲ। 23.5 ਸਾਲ। ਪੜ੍ਹਿਆ ਲਿਖਿਆ? ਨਹੀਂ ਸੀ। ਹਾਂ, ਕਿਉਂ ਨਹੀਂ ਪੜ੍ਹਿਆ? ਘਰ ਵਾਲਾ ਨਹੀਂ ਪੜ੍ਹਿਆ। ਅੱਛਾ, ਕੰਮ ਕਰਨ ਲੱਗ ਗਿਆ ਸਲਮੇ ਸਤਾਰੇ ਦਾ? ਆਪਣਾ ਕੰਮ ਹੈ, ਕਿਸੇ ਕੋ ਕਰਨਾ ਹੈ, ਕਿਸੇ ਕੋ ਮੁਲਾਜ਼ਮਤ ਕਰਨਾ ਹੈ। ਸਹੀ ਹੈ। ਤੇਰਾ ਮੁਤਾਲਬਾ ਕੀ ਸੀ? ਕਿ ਸਾਨੂੰ ਕੋਈ ਪੈਸੇ ਹੈ ਜ਼ਿਆਦਾ ਤੇ ਕਿ ਸਾਨੂੰ ਕੋਈ ਕੰਮ ਕਰਾ, ਆਪਾਂ ਤਿੰਨੇ ਵਾਲਦ ਤੇ ਆਪਾਂ ਇਕੱਠਾ ਕੰਮ ਕਰਨੇ ਆ ਤੇ ਕੁਝ ਤੁਸੀਂ ਕਿੰਨੇ ਦਾ ਦੁਕਾਨ ਆਪਾਂ ਬਣਾ ਲਿਆ, ਲੋਕਾਂ ਨੂੰ ਪੈਸੇ ਨਾ ਦੇਈਏ, ਇਹ ਕੰਮ ਸਹੀ ਨਹੀਂ ਹੈਗਾ। ਜਿਹੜਾ ਕਿਸੇ ਨੂੰ ਪੈਸੇ ਦੇਣ ਵਾਲਾ ਤੇ ਉਹਦੀ ਵੀਆਂ ਤੋਂ ਲਾਇਆ, ਮੇਰੇ ਪੈਸੇ ਨੇ ਮੈਂ ਜਿਹਨੂੰ ਮਰਜ਼ੀ ਦੇਵਾਂ, ਤੁਸੀਂ ਮੈਨੂੰ ਨਾਲ ਕੋਈ ਗੱਲ ਕਰੋ। ਸਹੀ ਹੈ। ਫਿਰ ਤੁਸੀਂ ਖਾਨਦਾਨ ਚੁੱਕਿਆ ਕਿਸੇ ਨੂੰ? ਕੋਈ ਆਇਆ ਤੁਹਾਡੇ? ਕੌਣ? ਰਿਸ਼ਤੇਦਾਰ ਜਿਹਨਾਂ ਰਿਸ਼ਤਾ ਕਰਵਾਇਆ ਹੈਗਾ ਸਾਡਾ। ਅੱਛਾ। ਸ਼ਾਦੀ ਕਦੋਂ ਹੋਈ ਤੇਰੀ? 11 ਮਹੀਨੇ ਪਹਿਲੇ। ਬੱਚਾ ਤੇ ਕੋਈ ਨਹੀਂ? ਵੱਡੇ ਭਰਾ ਦਾ ਹੈਗਾ? ਨਹੀਂ, ਕੋਈ ਬੱਚਾ ਨਹੀਂ। ਸਹੀ ਹੈ। ਵਾਲਦਾ ਨੂੰ ਕਿਹਾ ਕਦੀ ਕਿ ਮੇਰੇ? ਵਾਲਦਾ ਨੂੰ ਕਹਿੰਦੇ ਸੀ ਤੇ ਵਾਲਦਾ ਨੇ ਦਾ ਸਮਝਾਉਂਦੇ ਸੀ ਵੀ ਬੇਟੇ ਨੇ ਆਪਣੇ ਤੇ ਇਹਨਾਂ ਨੇ ਐਵੇਂ ਨਾ ਕਰ, ਤੇ ਉਹਨੇ ਤੂੰ ਕਿਨੇ ਦਾ ਚੁੱਪ ਕਰ, ਮੈਂ ਉਹਦੀ ਮਰਜ਼ੀ ਨਾਲ ਜਿਵੇਂ ਕਰਨਾ ਮੈਨੂੰ ਬਿਹਤਰ ਲੱਗਿਆ ਤਾਂ ਮੈਂ ਉਵੇਂ ਕਰਾਂ, ਮੈਨੂੰ ਨਾ ਪੁੱਛਾ। ਸਹੀ। ਕੀ ਕਰਦਾ ਸੀ ਤੇਰਾ ਵਾਲਦ? ਕੁਛ ਨਹੀਂ, ਵਿਹਲਾ ਰਹਿੰਦਾ ਸੀ। ਵਿਹਲਾ ਰਹਿੰਦਾ ਸੀ। ਇਹ ਕਿੱਥੋਂ ਆਈ ਜਾਇਦਾਦ, ਪ੍ਰਾਪਰਟੀ? ਇਹ ਮੇਰੇ ਨਾਨੇ ਦੀ ਸੀ। ਨਾਨੇ ਦੀ ਸੀ? ਹਾਂਜੀ। ਅੱਛਾ। ਨਾਨੇ ਦੀ ਜਾਇਦਾਦ ਤੇਰੇ ਵਾਲਦ ਕੋ ਕਿੰਜ ਆ ਗਈ? ਉਹ ਮੇਰੀ ਕਨੀਦਾ ਵਾਲਦਾ ਕੱਲੀ ਸੀ। ਅੱਛਾ। ਮੇਰੀ ਅੰਮੀ ਦਾ ਨਾ ਕੋਈ ਭਰਾ ਹੈਗਾ ਸੀ, ਨਾ ਕੋਈ ਭੈਣ ਹੈਗੀ ਸੀ। ਅੱਛਾ। ਤੇ ਜਾਇਦਾਦ ਸਾਰੀ ਮੇਰੀ ਅੰਮੀ ਨੂੰ ਮਿਲੀ ਸੀ। ਤੇ ਅੰਮੀ ਨੇ ਨਹੀਂ ਤੈਨੂੰ ਦਿੱਤੀ ਜਾਇਦਾਦ? ਨਹੀਂ, ਉਹ ਮੇਰੇ ਅੰਮੀ ਨੇ ਕਨਾਲ ਜਗ੍ਹਾ ਕਿਸੇ ਨੂੰ ਲਿਖ ਕੇ ਦਿੱਤੀ ਸੀ ਤੇ ਉਹ ਨਾ ਫਿਰ ਮੇਰੇ ਅੱਬੂ ਨੇ ਕਾਫੀ ਉਹਨੂੰ ਕੁੱਟਿਆ ਤੇ ਫਿਰ ਜਗ੍ਹਾ ਮੇਰੇ ਅੱਬੂ ਨੇ ਆਪਦੇ ਨਾਲ ਕਰਵਾ ਲਈ ਸੀ। ਅੱਛਾ। ਉਹ ਕਿਹਨੂੰ ਲਿਖ ਕੇ ਦਿੱਤੀ ਸੀ? ਹਾਂਜੀ। ਉਹ ਕਿਹਨੂੰ ਲਿਖ ਕੇ? ਰਿਸ਼ਤੇਦਾਰ ਹੀ ਸੀ। ਅੱਛਾ। ਕਿਉਂ? ਉਹਨਾਂ ਨੂੰ ਪੈਸੇ ਦੀ ਜ਼ਰੂਰਤ, ਉਹਨੇ ਕਿਹਾ ਕਿ ਜਗ੍ਹਾ ਸਾਨੂੰ ਦੇ ਦੇ, ਬਾਅਦ ਜੋ ਸਾਡੇ ਕੋਲ ਪੈਸੇ ਆਉਂਦੇ ਅਸੀਂ ਤੈਨੂੰ ਪੈਸੇ ਦੇ ਦਿਆਂ ਜਾਂ ਤੈਨੂੰ ਜਗ੍ਹਾ ਵੱਡੀ ਜਗ੍ਹਾ ਦੇ ਦਾਂਗੇ। ਇਸ ਵਜ੍ਹਾ ਪੈਸੇ ਦਾ ਹੀ ਮਸਲਾ ਚੱਲ ਰਿਹਾ ਸੀ ਅਸਲ। ਤੇਰਾ ਤਨਾਜ਼ਾ ਤੇਰੇ ਵਾਲਿਦ ਨਾਲ ਪੈਸਿਆਂ ਦਾ ਸੀ, ਹੋਰ ਤੇ ਕੋਈ ਮਸਲਾ ਨਹੀਂ ਸੀ? ਹੋਰ ਕੋਈ ਮਸਲਾ ਨਹੀਂ ਸੀ, ਸਿਰਫ ਪੈਸਿਆਂ ਦਾ। ਤੂੰ ਕਹਿੰਦਾ ਸੀ ਪੈਸੇ ਦੋ ਉਹ ਤੈਨੂੰ? ਹਾਂਜੀ। ਤੇ ਵੱਡਾ ਕਰਤਾ, ਮਤਲਬ ਇੰਨਾ ਪੈਦਾ ਕੀਤਾ, ਉਸ ਤੋਂ ਬਾਅਦ ਘਰ ਦੇ ਵਿੱਚ ਰੱਖਿਆ ਸੀ, ਇਹੀ ਜ਼ਿੰਮੇਵਾਰੀ ਬੜੀ ਨਹੀਂ ਹੈ ਕਿ ਪਿਓ ਪੈਸੇ ਵੀ ਦੇਵੇ? ਇਹੀ ਜ਼ਿੰਮੇਵਾਰੀ ਹੁੰਦੀ ਪਿਓ ਦੀ? ਬਸ ਗਲਤੀ ਹੋ ਗਈ ਸਰ।
ਨਹੀਂ ਨਹੀਂ, ਉਹ ਤੇ ਬੜੀ ਵੱਡੀ ਗਲਤੀ ਹੋਈ ਹੈ, ਤੂੰ ਆਪਣੇ ਵਾਲਿਦ ਨੂੰ ਕਤਲ ਕਰਤਾ। ਲੇਕਿਨ ਉਂਝ ਤੇਰੇ ਕੋ ਪੁੱਛ ਰਹੇ ਆ, ਤੇਰੇ ਜ਼ਿਹਨ ਦੇ ਵਿੱਚ ਇਹੋ ਜਿਹੀਆਂ ਸ਼ੈਵਾਂ ਨਹੀਂ ਆਉਂਦੀਆਂ ਸੀ? ਮਤਲਬ ਉਹਨੇ ਤੁਹਾਨੂੰ ਇੰਨੇ ਜੋਗਾ ਕਰਤਾ, ਖਲੋ ਗਏ ਹੋ ਤੁਸੀਂ। ਘਰ ਵੀ ਉਹਦਾ ਹੀ ਸੀ ਜਿੱਥੇ ਰਹਿੰਦਾ ਸੀ ਸ਼ੇਖ? ਨਾਨੇ ਦਾ ਸੀ ਤੇ ਉਹਦਾ ਹੀ ਹੋ ਗਿਆ ਨਾ, ਮਤਲਬ ਉਹਦੇ ਕੋਲ ਹੀ ਸੀ ਫਿਲਹਾਲ। ਤੇ ਉੱਥੇ ਰਹਿੰਦਾ ਸੀ ਤੂੰ ਨਾਨੇ ਦੇ ਘਰ ਆਪਣੇ? ਤੇ ਇਹ ਕਿਹਦਾ ਘਰ ਸੀ ਜਿਹੜਾ ਹੁਣ? ਉਹ ਵੀ ਮੇਰੇ ਨਾਨੇ ਦਾ। ਉਹ ਵੀ ਨਾਨੇ ਦਾ ਸੀ। ਤੇ ਵਾਲਦਾ ਨੂੰ ਨਹੀਂ ਕਿਹਾ ਕਿ ਅਸਲ ਤੇ ਮਾਲਕ ਵਾਲਦਾ ਹੋਈ ਨਾ ਫਿਰ ਤੇਰੀ? ਹਾਂਜੀ, ਵਾਲਦਾ ਤੋਂ ਬਾਅਦ ਜਗ੍ਹਾ ਮੇਰੇ ਵਾਲਦੇ ਨੇ ਆਪਣੇ ਨਾਂ ਕਰਵਾ ਲਈ ਸੀ। ਆਪਣੇ ਨਾਂ ਕਰਾ ਲਈ। ਵਾਲਦਾ ਕੀ ਕਹਿੰਦੀ ਸੀ ਤੇਰੀ? ਵਾਲਦਾ ਇਹ ਕਹਿੰਦੀ ਸੀ ਵੀ ਕਨੇਡਾ ਆਪਣੇ ਬੱਚੇ ਨੇ ਤੇ ਐਵੇਂ ਨਾ ਕਰ ਉਹਨਾਂ ਦੇ, ਤੂੰ ਉਹਨਾਂ ਨੂੰ ਨਾਲ ਕੰਮ ਸ਼ੁਰੂ ਕਰੋ ਤੇ ਟੁੱਲਦੇ ਚੰਗੇ ਨਹੀਂ ਤੇ ਆਪਣੀ ਔਲਾਦ ਆਪਾਂ ਇਹਨਾਂ ਨੂੰ ਦੇਣਾ, ਆਪਾਂ ਕਿਸੇ ਨੂੰ ਕਿਤੇ ਨਹੀਂ ਦੇਣਾ। ਤੇ ਤੇਰੇ ਨਾਲ ਤੇਰੇ ਬਾਜ਼ੂ ਬਣਦੇ ਤੂੰ ਉਹਨਾਂ ਨਾਲ ਰੱਖ ਆਪਦੇ। ਤੇ ਉਹ ਨਹੀਂ ਕਨੇਡਾ ਸਮਝਦਾ ਹੈਗਾ। ਉਹ ਕੀ ਕਹਿੰਦਾ ਸੀ? ਨਲਾਇਕ ਨੇ? ਉਹ ਕਹਿੰਦਾ ਮੈਂ ਕਨੇਡਾ ਜੋ ਕਰਾਂ ਆਪਦੀ ਮਰਜ਼ੀ ਨਾਲ ਕਰਨਾ, ਤੁਸੀਂ ਮੈਨੂੰ ਨਾ ਆਖੋ, ਜਦੋਂ ਮੈਂ ਕਰਨਾ ਜਿਵੇਂ ਕਰਨਾ ਮੈਂ ਕਰ ਲਾਂਗਾ। ਕਿਸੇ ਦੀ ਗੱਲ ਨਹੀਂ ਸੁਣਦਾ ਸੀ। ਕਿਸੇ ਦੀ ਗੱਲ ਨਹੀਂ ਸੁਣਦਾ ਸੀ? ਹਾਂਜੀ। ਸਹੀ। ਫਿਰ ਕਦੋਂ ਪਲੈਨਿੰਗ ਕੀਤੀ ਪਿਓ ਨੂੰ ਕਤਲ ਕਰਨ ਦੀ? ਜਦੋਂ ਕੰਮ ਕਰਨਾ ਉਹਦੇ ਦੇਣ ਚ ਆਉਂਦਾ ਸੀ ਵੀ ਕਿਸ ਤਰ੍ਹਾਂ ਕਤਲ ਕਰਨਾ, ਕਿਸ ਤਰ੍ਹਾਂ ਸੋਚਦਾ ਰਹਿਣਾ। ਅੱਛਾ, ਸੋਚਦਾ ਰਹਿੰਦਾ ਸੀ। ਕੀ ਕੀ ਸੋਚਿਆ? ਵੀ ਕਨੇਡਾ ਇਹ ਵੀ ਮੈਨੂੰ ਕੋਈ ਵੇਖੇ ਨਾ ਤੇ ਪਤਾ ਨਾ ਲੱਗੇ ਤਾਂ ਮੈਂ ਚੁੱਪ ਕਰਕੇ ਕਨੇਡਾ ਕਿਸੇ ਮਹਿਸੂਸ ਵੀ ਨਾ ਹੋਵੇ ਵੀ ਕਤਲ ਕਿੰਨੇ ਕੀਤਾ। ਅੱਛਾ, ਇਹ ਸੋਚਦਾ ਰਹਿੰਦਾ ਸੀ। ਕਦੋਂ ਤੋਂ ਸੋਚ ਰਿਹਾ ਸੀ? ਮਹੀਨਾ ਪਹਿਲੇ ਤੋਂ। ਫਿਰ ਜਿਵੇਂ ਜਿਵੇਂ ਦਿਨ ਕਰੀਬ ਆਉਂਦੇ ਗਏ ਨੇ, ਜਦੋਂ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਆ ਪਿਸਤੌਲ ਪਿਆ ਹੈਗਾ, ਤੇ ਫਿਰ ਮੈਂ ਚੱਕਰ ਉੱਥੇ ਜਗ੍ਹਾ ਆਉਂਦਾ ਲਾਉਂਦਾ ਰਹਿੰਦਾ ਹਾਂ। ਜਦੋਂ ਮੇਰਾ ਮੌਕਾ ਬਣਿਆ ਤੇ ਉਦੋਂ ਮੈਂ ਪਿਸਤੌਲ ਫੜ ਕੇ ਤੇ ਪਿਸਤੌਲ ਕੱਢ ਲਿਆ। ਹਾਂਜੀ। ਕਿੰਨੇ ਦਿਨ ਪਹਿਲੇ? ਇੱਕ ਦਿਨ ਪਹਿਲੇ। ਪਿਸਤੌਲ ਇੱਕ ਦਿਨ ਪਹਿਲੇ ਕੱਢਿਆ? ਹਾਂਜੀ। ਕੱਢ ਕੇ ਕੀ ਕੀਤਾ? ਉਹ ਮੈਂ ਘਰ ਲੈ ਗਿਆ। ਕਿੱਥੇ ਘਰ ਲੈ ਗਿਆ? ਆਪਣੇ ਘਰ। ਪਿਸਤੌਲ ਆਪਣੇ ਘਰ ਲੈ ਗਿਆ ਸੀ? ਅੱਛਾ। ਪਹਿਲੇ ਪਿਸਤੌਲ ਚਲਾਇਆ ਕਦੀ? ਹਾਂਜੀ, ਪਹਿਲੇ ਚਲਾਇਆ ਸੀ। ਉਹ ਕਿੱਥੋਂ ਆਇਆ ਸੀ? ਉਹ ਸ਼ਾਦੀ ਤੇ ਚਲਾਇਆ ਸੀ। ਸ਼ਾਦੀ ਤੇ? ਹਾਂਜੀ। ਪਿਸਤੌਲ ਚਲਾਉਂਦਾ ਸੀ ਸ਼ਾਦੀਆਂ ਤੇ ਵੀ? ਸਹੀ ਹੈ। ਇੱਕ ਵਾਰ ਚਲਾਇਆ ਸੀ। ਠੀਕ ਹੈ। ਗੋਲੀਆਂ ਹੈਗੀਆਂ ਸੀ ਵਿੱਚ? ਹਾਂਜੀ, ਗੋਲੀਆਂ ਹੈਗੀਆਂ ਸੀ। ਠੀਕ ਹੈ। ਆਂਦਾ ਸੀ ਪਿਸਤੌਲ ਚਲਾਣਾ। ਘਰ ਲੈ ਗਿਆ? ਹਾਂਜੀ। ਘਰ ਜਾ ਕੇ ਰੱਖਿਆ? ਬੀਵੀ ਨਾਲ ਗੱਲ ਕੀਤੀ? ਨਹੀਂ, ਕਿਸੇ ਨੂੰ ਨਹੀਂ ਪਤਾ ਸੀ। ਕੀ ਕਿੱਥੇ ਰੱਖਿਆ ਪਿਸਤੌਲ? ਮੈਂ ਉੱਤੇ ਤੀਸਰੀ ਮੰਜ਼ਿਲ ਤੇ ਰੱਖਿਆ ਲੁਕਾ ਕੇ। ਅੱਛਾ, ਤੀਸਰੀ ਮੰਜ਼ਿਲ ਤੇ ਲੁਕਾ ਕੇ ਰੱਖਿਆ। ਫਿਰ ਸੋ ਗਿਆ? ਹਾਂਜੀ। ਅੱਗੇ ਦੱਸ। ਪਿਸਤੌਲ ਫੜਿਆ ਮੈਂ ਤੇ ਇੱਥੇ ਲੁਕਾ ਲਿਆ। ਫਿਰ 6-7 ਵਜੇ ਦਾ ਟਾਈਮ ਹੈਗਾ ਸੀ, ਮੈਂ ਜਗ੍ਹਾ 'ਤੇ ਪਹੁੰਚੇ। ਹਾਂਜੀ। ਤੇ ਦੁਕਾਨਾਂ ਦੇ ਉੱਥੇ ਜਿੱਥੇ ਮੇਰਾ ਅੱਬੂ ਰਹਿੰਦਾ ਸੀ ਉੱਥੇ ਅਪੜ ਗਿਆ ਮੈਂ। ਤੇ ਸਾਰੀ ਦਿਹਾੜੀ ਉੱਥੇ ਮੈਂ ਚੱਕਰ ਕੱਢਦਾ। ਉੱਥੇ ਕਦੀ ਮੇਰਾ ਅੱਬੂ ਬਾਹਰ ਚਲਾ ਜਾਂਦਾ ਸੀ, ਇੱਕ ਵਾਰੀ ਚਲਾ ਗਿਆ ਤੇ 2 ਵਜੇ ਆਇਆ। ਤੇ ਸਾਰੀ ਦਿਨ ਮੈਂ ਮੌਕਾ ਵੇਖਣਾ ਪਿਆ ਸਾਂ ਵੀ ਕੋਈ ਵੇਖੇ ਨਾ ਤੇ ਮੈਂ ਕੰਮ ਕਰ। ਜਦੋਂ ਹਨੇਰਾ ਹੋਇਆ। ਕਿਹਦੇ ਤੇ ਗਿਆ ਸੀ? ਮੋਟਰਸਾਈਕਲ। ਅੱਛਾ। ਤੇ ਜਦੋਂ ਰਾਤ ਹਨੇਰਾ ਹੋਇਆ ਤੇ ਅੰਦਰ ਜਾ ਰਿਹਾ ਸੀ ਤੇ ਮੈਂ ਪਿੱਛੋਂ ਫਾਇਰ ਕੀਤੇ ਨੇ ਤੇ ਉਹ ਡਿੱਗ ਪਿਆ। ਤੇ ਫਿਰ ਮੈਂ ਉਵੇਂ ਕਿੱਧਰ? ਇੱਕ ਮਿੰਟ। ਘਰ ਨੂੰ ਜਾ ਰਿਹਾ ਸੀ ਬਾਬਾ। ਹਾਂ, ਕਿਹਦੇ ਤੇ ਜਾ ਰਿਹਾ ਸੀ? ਟੁਰ ਕੇ ਜਾ ਰਿਹਾ ਸੀ। ਟੁਰ ਕੇ ਪੈਦਲ ਜਾ ਰਿਹਾ ਸੀ? ਤੂੰ ਕਿੰਨੀ ਦੂਰ ਸੀ? ਮੈਂ 7-8 ਫੁੱਟ 10 ਫੁੱਟ ਇੰਨਾ ਫਾਸਲਾ ਹੈਗਾ ਸੀ। ਇੰਨਾ ਕਰੀਬ ਹੀ ਹੈਗਾ? ਹਾਂਜੀ, ਕਰੀਬ ਸੀ। ਅੱਛਾ। ਵਿੱਚ ਉਹ ਇੱਧਰ ਨੂੰ ਜਾ ਰਿਹਾ ਸੀ, ਘਰ ਅੰਦਰ ਵੜਨ ਲੱਗਾ। ਤੂੰ ਕਿੱਥੋਂ ਫਾਇਰ ਕੀਤੇ? ਕਿੱਥੇ ਲੁਕਿਆ ਸੀ? ਮੈਂ ਨਾਲ ਹੀ ਅੰਧੇਰਾ ਹੈਗਾ ਸੀ, ਨੁੱਕਰ ਵੀ ਉੱਥੇ ਲੁਕਿਆ ਹੋਇਆ ਸਾਂ। ਅੱਛਾ। ਉਹ ਆਇਆ ਤੇ ਉਹਦੇ ਤੋਂ ਪਹਿਲੇ ਮੈਂ ਖੜਾ ਰੈਡੀ ਕਰ ਲਿਆ ਪਿਸਤੌਲ? ਫਿਰ? ਤੇ ਉਹ ਘਰ ਨੂੰ ਜਾ ਰਿਹਾ ਸੀ ਤੇ ਮੈਂ ਪਿੱਛੋਂ ਫਿਰ ਫਾਇਰ ਚਲਾਇਆ। ਕਿੰਨੇ ਫਾਇਰ ਚਲਾਏ? 5 ਚਲਾਏ। 5 ਚਲਾਏ। ਕਿੰਨੀ ਗੋਲੀਆਂ ਸੀ? 5 ਸੀ। 5 ਹੀ ਗੋਲੀਆਂ ਸੀ? ਸਾਰੇ ਫਾਇਰ ਮਾਰਤੇ? ਹਾਂਜੀ। ਅੱਛਾ, ਸਿੱਧੇ ਉਹਦੇ ਉੱਤੇ ਮਾਰੇ? ਹਾਂਜੀ। ਠੀਕ ਹੈ। ਮਾਰਨ ਤੋਂ ਬਾਅਦ? ਮਾਰਨ ਤੋਂ ਬਾਅਦ ਮੈਂ ਘਰਾਂ ਨੂੰ ਭੱਜ ਗਿਆ। ਹਾਂਜੀ। ਤੇਰੇ ਸਾਹਮਣੇ ਡਿੱਗੇ? ਹਾਂਜੀ। ਤੇ ਮੈਂ ਘਰਾਂ ਨੂੰ ਭੱਜ ਗਿਆ। ਘਰ ਨੂੰ ਭੱਜ ਗਿਆ? ਹਾਂਜੀ। ਸ਼ੇਖਮ ਚਲਾ ਗਿਆ? ਸ਼ੇਪਾਕ ਕੋਲ ਹੀ ਘਰ ਹੈ ਤੇ ਇੱਥੋਂ ਲੱਗਦਾ ਜੀ ਮੈਂ ਚਾਂਦਨੀ ਚੌਂਕ ਇੰਨਾ ਪਾਉਂਦੀ ਨਾਲ ਹੀ ਥੋੜੀ। ਕਿੰਨਾ 2-3 ਮਿੰਟ ਦਾ ਪੈਦਲ ਸਫ਼ਰ ਹੈ? 5 ਮਿੰਟ ਦਾ ਹੈਗਾ। ਮੋਟਰਸਾਈਕਲ ਤੇ? ਨਹੀਂ, ਟੁਰ ਕੇ। ਮੋਟਰਸਾਈਕਲ ਤੇ ਕਿੰਨਾ? ਮੋਟਰਸਾਈਕਲ 2 ਮਿੰਟਾਂ ਦਾ। ਤੂੰ ਮੋਟਰਸਾਈਕਲ ਤੇ? ਨਹੀਂ, ਟੁਰ ਕੇ। ਤੂੰ ਪਹਿਲੇ ਤੇ ਮੋਟਰਸਾਈਕਲ ਤੇ ਆਇਆ ਸੀ? ਮੈਂ ਪਹਿਲੇ ਤੇ ਕਹਿਣਾ ਉਹ ਮੋਟਰਸਾਈਕਲ ਗਿਆ ਸੀ ਸ਼ਹਿਰ, ਫਿਰ ਆਇਆ ਸੀ। ਮੈਂ ਟੁਰ ਕੇ ਗਿਆ ਸੀ। ਅੱਛਾ, ਟੁਰ ਕੇ ਤੂੰ ਘਰ ਚਲਾ ਗਿਆ ਪਿਸਤੌਲ ਲੈ ਕੇ? ਹਾਂਜੀ। ਕਿੱਥੇ ਰੱਖਿਆ ਪਿਸਤੌਲ? ਇਹ ਤੀਸਰੀ ਮੰਜ਼ਿਲ ਤੇ ਮੈਂ ਰੱਖ ਦਿੱਤਾ। ਉੱਤੇ ਜਾ ਕੇ? ਹਾਂਜੀ। ਫਿਰ ਕੀ ਕੀਤਾ? ਫਿਰ ਮੇਰੀ ਕੀ ਟਾਈਮ ਸੀ ਜਿਸ ਟਾਈਮ ਤੂੰ ਪਿਓ ਨੂੰ ਕਤਲ ਕਰ ਰਿਹਾ ਸੀ? 6:15-20 ਦਾ ਹੈਗਾ। 6:15 ਤੇ ਪਿਓ ਮਾਰਤਾ ਹੈ? ਹਾਂਜੀ। ਠੀਕ ਹੈ। ਫਿਰ ਘਰ ਚਲਾ ਗਿਆ? ਹਾਂਜੀ। ਫਿਰ ਕਨੇਡਾ ਪਿਸਤੌਲ ਰੱਖਿਆ ਤੀਸਰੀ ਮੰਜ਼ਿਲ ਤੇ? ਫਿਰ ਕੀ ਕੀਤਾ? ਫਿਰ ਕਨੇਡਾ ਵਾਲਦਾ ਘਰ ਪਤਾ ਲੱਗਾ ਤੇ ਵਾਲਦਾ ਭਾਈ ਘਰ ਆਈ ਕਿ ਤੁਹਾਡੇ ਵਾਲਦ ਨੂੰ ਕੋਈ ਗੋਲੀਆਂ ਮਾਰ ਗਿਆ। ਅੱਛਾ, ਤੇਰੇ ਘਰ ਆਈ? ਹਾਂਜੀ। ਤੇ ਅਸੀਂ ਫਿਰ ਦੋਵੇਂ ਭਰਾ ਕਨੇਡਾ ਤੇ ਦੋਵੇਂ ਸਾਡੀਆਂ ਬੀਵੀਆਂ ਅਸੀਂ ਫਿਰ ਉੱਥੇ ਜਗ੍ਹਾ ਕੂਵੇ ਤੇ ਪਹੁੰਚ ਗਿਆ। ਅੱਛਾ। ਤੇ ਫਿਰ ਉੱਥੇ ਯਾਰਾ ਬਾਈ ਉਹਦੇ ਖਲੀ ਖਾ ਵੀ ਬਾਮ ਖੜੀ ਹੋਈ ਸੀ ਉੱਥੇ ਜਦੋਂ ਅਸੀਂ ਪਹੁੰਚੇ ਸਾਂ। ਤੇ ਫਿਰ ਕਨੇਡਾ ਉੱਧਰੋਂ ਪੁਲਿਸ ਆ ਗਈ ਥੋੜ੍ਹੀ ਦੇਰ ਬਾਅਦ। ਤੇ ਅਸੀਂ ਕਿਹਾ ਕਿ ਅਸੀਂ ਮਤਲਬ ਕਹਿੰਦਾ ਟੈਸਟ ਵਗੈਰਾ ਨਹੀਂ ਕਰਵਾਉਣਾ, ਜਿਹੜਾ ਪੋਸਟਮਾਰਟਮ ਨਹੀਂ ਕਰਵਾਉਣਾ। ਤੇ ਤੂੰ ਕਿਹਾ? ਹਾਂਜੀ, ਮੈਂ ਕਿਹਾ। ਹਾਂ। ਤੇ ਨਾਲੇ ਇਹਦਾ ਅਸੀਂ FIR ਨਹੀਂ ਕਟਵਾਉਣੀ। ਅੱਛਾ। ਤੇ ਲੋਕਾਂ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ
ਨਹੀਂ ਆਉਂਦਾ ਪੋਸਟਮਾਰਟਮ ਕਰਾਉਣ 'ਚ ਪਤਾ ਨਹੀਂ ਲੱਗਣਾ। ਫਿਰ ਅਸੀਂ ਪੁਲਿਸ ਇੱਥੇ ਲੈ ਕੇ ਆ ਗਈ ਮੇਰੇ ਵਾਲਦ ਨੂੰ, ਤੇ ਅਸੀਂ ਸਾਰੇ ਜਣੇ ਆ ਗਏ ਤੇ FIR ਕਟਵਾਈ ਤੇ ਫਿਰ ਪੋਸਟਮਾਰਟਮ। ਇੱਥੇ ਕਟਵਾਈ? ਹਾਂਜੀ। ਤੋ ਆਪ ਵੀ ਕਹਿੰਦਾ ਰਿਹਾ ਮੈਨੂੰ ਮਦਈ ਬਣਾਓ ਮੇਰੇ ਵਾਲਦ ਦਾ? ਨਹੀਂ ਮਦਈ ਤਾਂ ਨਹੀਂ ਮੈਂ ਕਿਹਾ ਸੀ। ਹਾਂ, ਮਦਈ ਤਾਂ ਨਹੀਂ ਕਿਹਾ ਸੀ। ਕੀ ਕਿਹਾ ਸੀ? ਮੈਂ ਕੁਛ ਨਹੀਂ, ਉਹਨਾਂ ਨੇ ਜਿਹੜੇ ਨਾਲ ਜਿਹੜੇ ਸਾਥੀ ਬਣੇ ਸੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਇਹ ਮਦਈ ਤੁਹਾਡੀ ਵਾਲਦਾ ਨੂੰ ਬਣਾਉਣਾ ਹੈ, ਹਾਂ, ਤੁਸੀਂ ਬੱਚੇ ਜੇ ਤੁਹਾਨੂੰ ਨਹੀਂ ਬਣਾਉਣਾ। ਅਸੀਂ ਇਹ ਕਿਹਾ ਨਹੀਂ ਸੀ ਮਦਈ ਬਣਨ ਦਾ। ਤੇ ਫਿਰ ਕਨੀਦਾ ਅਸੀਂ ਘਰ ਚਲੇ ਗਏ, ਜਨਾਜ਼ਾ ਹੋਇਆ ਤੇ ਅਗਲੇ ਦਿਨ ਫਿਰ ਮੰਗਲ ਵਾਲੇ ਦਿਨ ਇੱਥੇ ਆ ਕੇ SHO ਦੇ ਕਮਰੇ 'ਚ ਬੈਠਾ ਰਿਹਾ ਤੂੰ? ਹਾਂਜੀ ਬੈਠਾ ਰਿਹਾ। ਘੰਟਾ ਕੁ ਬੈਠਾ ਰਿਹਾ? ਹਾਂਜੀ Easy ਹੋ ਕੇ? ਪੁੱਛਦਾਸ ਕੀਤੀ। ਕੀ ਪੁੱਛਦਾ ਸੀ? SHO ਸਾਹਿਬ ਪੁੱਛਦੇ ਸੀ ਕਿ ਕਨੀਦਾ ਤੁਸੀਂ ਦੱਸੋ ਤੁਹਾਡੇ ਕਿਹਦੇ ਨਾਲ ਦੁਸ਼ਮਣੀ ਹੈ, ਤੇ ਤੁਹਾਡੇ ਨਾਲ ਵੀ ਲੜਾਈਆਂ ਵਗੈਰਾ ਹੁੰਦੀਆਂ ਰਹੀਆਂ ਤੇ ਮੈਨੂੰ ਤੁਹਾਡੇ ਤੇ ਸ਼ੱਕ ਹੈ। ਕਿਹਾ ਸਰ ਨਹੀਂ ਸਾਨੂੰ ਨਹੀਂ ਪਤਾ ਵੀ ਕਿਹਨੇ ਕੀਤਾ ਹੈਗਾ। ਤੇ ਬਕਾਇਦਾ ਤੂੰ ਕੌਨਫੀਡੈਂਟ ਸੀ ਉੱਥੇ, ਜ਼ਰਾ ਨਹੀਂ ਸ਼ੱਕ ਹੋਣ ਦਿੱਤਾ ਤੂੰ ਪੁਲਿਸ ਨੂੰ? ਹੈ ਹਾਂਜੀ। ਕੀ ਕਰਦਾ ਰਿਹਾ ਉੱਥੇ ਕਤਲ ਕਰਨ ਤੋਂ ਬਾਅਦ? ਕੀ ਡਰਾਮੇਬਾਜ਼ੀਆਂ ਕਰਦਾ ਰਿਹਾ? ਕੁਛ ਨਹੀਂ, ਰੋਂਦਾ ਰਿਹਾ। ਰੋਂਦਾ ਰਿਹਾ? ਹਾਂਜੀ। ਤਕਲੀਫ ਹੋ ਰਹੀ ਸੀ ਹਾਂਜੀ। ਕਿ ਵਾਲਦ ਕਤਲ ਹੋ ਗਿਆ? ਹਾਂਜੀ। ਤੇ ਕਿੰਨੇ ਕੀਤਾ? ਮੈਂ ਖੁਦ ਕੀਤਾ। ਅੱਛਾ, ਤੇ ਫਿਰ ਕਿਸ ਚੀਜ਼ ਦੀ ਤਕਲੀਫ ਹੈ? ਕੀ ਸਜ਼ਾ ਹੋਣੀ ਚਾਹੀਦੀ ਤੈਨੂੰ? ਮੈਂ ਉਹ ਨਹੀਂ ਬੋਲ ਸਕਦਾ, ਤੁਹਾਡੀ ਮਿਹਰਬਾਨੀ। ਨਹੀਂ ਬੋਲ, ਤੂੰ ਕਤਲ ਕੀਤਾ, ਇੱਥੇ ਹੀ ਖਲੋ। ਤੁਹਾਡੀ ਮਿਹਰਬਾਨੀ। ਇੱਧਰ ਆ, ਕਤਲ ਕੀਤਾ, ਇੱਧਰ ਵੇਖ। ਪਿਓ ਨੂੰ ਕਤਲ ਕਰਕੇ ਥਾਣੇ SHO ਦੇ ਸਾਹਮਣੇ ਬਹਿ ਕੇ ਝੂਠ ਮਾਰ ਰਿਹਾ ਸੀ ਔਰ ਪਤਾ ਵੀ ਨਹੀਂ ਲੱਗਣ ਦੇ ਰਿਹਾ ਸੀ। ਡਰਦੇ ਵੀ ਆ ਅਫਸਰ ਸਾਹਿਬ ਨੂੰ ਪਤਾ ਲੱਗਾ ਕਿ ਡਰ ਰਹੇ ਨੇ ਇਹਨਾਂ ਦੀ ਸ਼ਕਲ ਮੇਰੀ ਵੇਖ ਕੇ ਉਹਨਾਂ ਨੇ ਮੈਨੂੰ ਮੇਰੇ ਤੇ ਪੂਰਾ ਸ਼ੱਕ ਕੀਤਾ ਵੀ ਇਹਨੇ ਕੀਤਾ, ਇਹਦੀ ਸ਼ਕਲ ਤੋਂ ਦੇਖਦਾ ਪਿਆ। ਉੱਥੇ ਮੈਂ ਡਰਿਆ ਹੋਇਆ ਸੀ ਜਦੋਂ ਮੈਂ ਖੜਾ ਹੋਇਆ ਸਾਂ। ਤੇ ਤੂੰ ਰੋਂਦਾ ਵੀ ਸੀ ਪਿਓ ਦੇ ਕਤਲ ਦੇ ਉੱਤੇ ਜਦੋਂ ਪੁਲਿਸ ਆਈ ਇਹ ਵੀ ਰੋ ਰਿਹਾ ਸੀ ਨਾ? ਹਾਂਜੀ। ਡਰਾਮੇ ਪੂਰੇ ਕੀਤੇ ਹੀ? ਨਹੀਂ ਡਰਾਮੇ ਪਰ ਬਾਤ ਦੁੱਖ ਹੈ, ਪਹਿਲੇ ਗੁੱਸੇ ਹੀ ਕਰਦਾ, ਬਾਅਦ ਦੁੱਖ ਬਹੁਤ ਹੋਇਆ ਕਿ ਨਹੀਂ ਮੈਨੂੰ ਕਹਿਣਾ। ਹਾਂਜੀ। ਅੱਛਾ, ਉਹ ਦੁੱਖ ਤੇਰਾ ਮੈਂ ਸੁਣਨਾ ਹੀ ਹੈ। ਇਹ ਉਹ ਬਕੂਆ ਸੁਣਾ। ਅੱਛਾ, ਫਿਰ ਕਮਰੇ 'ਚ ਬੈਠਾ ਸੀ, ਪੋਸਟਮਾਰਟਮ ਦੀ ਗੱਲ ਹੋ ਰਹੀ ਸੀ, ਇਹ ਸ਼ੱਕ ਦਿੱਤੇ। ਹਾਂਜੀ। ਫਿਰ ਕੀ ਹੋਇਆ? ਫਿਰ ਗੱਲ ਖਤਮ ਇੱਥੋਂ ਜਦੋਂ ਪਰਲੇ ਕਮਰੇ 'ਚ ਬਹਿ ਗਿਆ ਜਾ ਕੇ, ਫਿਰ ਹੋਰ ਬੰਦੇ ਸੀ, ਦੋਸਤ ਸੀ ਜਿਹੜੇ ਮੇਰੇ ਵਾਲਦ ਦੇ, ਉਹਨਾਂ ਕੋਲ ਪੁੱਛਦੇ ਦੱਸਦੇ ਕੀ ਮਾਮਲਾਤ ਨੇ। ਤੇ ਸਾਨੂੰ ਨਹੀਂ ਪਤਾ ਸੀ, ਪਤਾ ਚਲੇ ਗਿਆ ਉਹਨਾਂ ਕੋਲ ਕੀ ਪੁੱਛਿਆ ਤੇ ਸਾਨੂੰ ਨਹੀਂ ਇਸ ਚੀਜ਼ ਦਾ ਪਤਾ। ਤੇ ਮੰਗਲ ਵਾਲੇ ਦਿਨ ਸ਼ਰੀਫ ਸਾਹਿਬ ਆਏ ਨੇ, ਸਾਨੂੰ ਦੋਵਾਂ ਭਰਾਵਾਂ ਨੂੰ ਉੱਥੇ ਬਿਆਨ ਲਿਖਾਏ ਨੇ ਤੇ ਫਿਰ ਇੱਥੇ ਲੈ ਕੇ ਆਏ ਨੇ। ਤੇ ਸ਼ਰੀਫ ਸਾਹਿਬ ਨੇ ਕਿਹਾ ਸਹੀ ਦੱਸ ਦੇ, ਸਾਨੂੰ ਪਤਾ ਲੱਗ ਗਿਆ ਤੂੰ ਹੀ ਕੀਤਾ ਤਾਂ ਤੇ ਮੂੰਹ ਵਿੱਚ ਦੱਸ ਦੇਗਾ ਤੇ ਚੰਗੀ ਬਿਹਤਰੀ ਤੇਰੇ ਵੱਲ ਨਹੀਂ ਤੇ। ਸ਼ਰੀਫ ਸਾਹਿਬ ਤਫਤੀਸ਼ੀ ਜਿਹੜੇ ਇਸ ਕੇਸ ਦੇ? ਫਿਰ ਉਹਨਾਂ ਪੁੱਛਿਆ, ਫਿਰ ਮੈਂ ਸਾਰੀ ਉਹਨਾਂ ਨੂੰ ਦੱਸ ਦਿੱਤੀ ਤਫਸੀਲ ਕਿ ਮੈਂ ਮਾਰਿਆ। ਕੀ ਦੱਸਿਆ? ਕਿ ਮੈਂ ਕਤਲ ਕਰਕੇ ਆਪਦੇ ਵਾਲਦ ਨੂੰ ਮਾਰਿਆ। ਕਤਲ ਕਰਕੇ? ਮੈਂ ਗੋਲੀਆਂ ਚਲਾ ਕੇ ਮੈਂ ਮਾਰਿਆ ਉਹਨਾਂ ਨੂੰ। ਹੋਰ ਕੀ ਦੱਸਿਆ ਨਾਲ? ਕਿਸ ਵਜ੍ਹਾ ਤੋਂ ਮਾਰਿਆ? ਜਾਇਦਾਦ ਦੀ ਵਜ੍ਹਾ? ਹਾਂਜੀ। ਸਹੀ। ਫਿਰ ਫੜਿਆ ਗਿਆ ਤੂੰ? ਹਾਂਜੀ ਮੈਂ ਫੜਿਆ। ਠੀਕ ਹੈ। ਹੁਣ ਦੱਸ ਕੀ ਕਰਦਾ ਰਿਹਾ ਉੱਥੇ ਕਤਲ ਕਰਨ ਤੋਂ ਬਾਅਦ? ਕੀ ਡਰਾਮੇਬਾਜ਼ੀਆਂ ਕਰਦਾ ਰਿਹਾ? ਕੁਛ ਨਹੀਂ, ਰੋਂਦਾ ਰਿਹਾ। ਹਾਂਜੀ। ਤਕਲੀਫ ਹੋ ਰਹੀ ਸੀ? ਹਾਂਜੀ। ਕਿ ਵਾਲਦ ਕਤਲ ਹੋ ਗਿਆ? ਹਾਂਜੀ। ਤੇ ਕਿੰਨੇ ਕੀਤਾ? ਮੈਂ ਖੁਦ ਕੀਤਾ। ਅੱਛਾ, ਤੇ ਫਿਰ ਕਿਸ ਚੀਜ਼ ਦੀ ਤਕਲੀਫ ਹੈ? ਜਵਾਬ ਦੇਣਾ। ਨਹੀਂ ਕਰਨਾ, ਗੁੱਸੇ ਜਾ ਕੇ ਮੈਂ ਕਤਲ ਕਰ। ਪਲੈਨਿੰਗ ਕੀ ਸੀ ਤੇਰੀ ਅਸਲ ਦੇ ਵਿੱਚ? ਹੈ ਤੇ ਪਲੈਨਿੰਗ ਫੇਲ ਹੋ ਗਈ ਨਾ, ਪੁਲਿਸ ਨੇ ਨਾਕਾਮ ਕਰਤੀ। ਤੂੰ ਫੜਿਆ ਗਿਆ, ਤੈਨੂੰ ਫੜ ਲਿਆ, ਤੇਰੀ ਵਾਲਦਾ ਨੂੰ ਮਦਈ ਬਣਾਤਾ। ਉਂਝ ਕੀ ਸੀ ਕਿ ਕਿਸੇ ਨੂੰ ਕੁਝ ਨਹੀਂ ਪਤਾ ਲੱਗੇਗਾ? ਮੈਂ ਡਰਾਂਗਾ ਨਹੀਂ, ਕਿਸੇ ਨੂੰ ਪਤਾ ਲੱਗੇਗਾ, ਲੇਕਿਨ ਫੜਿਆ। ਫਿਰ ਉਹ ਅੱਬੇ ਦੀ ਜਾਇਦਾਦ ਵੀ ਮਿਲ ਜਾਏਗੀ ਸਾਰੀ? ਹਾਂਜੀ ਨਹੀਂ ਦੱਸਣਾ ਹੈ ਨਾ, ਜੋ ਤੇਰੇ ਜ਼ਿਹਨ ਦੇ ਵਿੱਚ ਹੈਗਾ ਸੀ, ਸਭ ਕੁਝ ਹੈਗਾ ਸੀ, ਉਹ ਦੱਸ। ਕੀ ਸੀ ਵਜੂਹਾਤ? ਕੀ ਸੀ ਮਤਲਬ? ਇਹ ਸਾਰਾ ਕਿਸ ਤਰੀਕੇ ਨਾਲ ਮੈਨੇਜ ਕਰਨਾ ਸੀ? ਬਾਅਦ ਚ ਕੀ ਸੋਚਿਆ ਹੋਇਆ ਸੀ ਕਿ ਪੈਸੇ ਆ ਜਾਣਗੇ, ਉਹਦੇ ਨਾਲ ਕੀ ਕਰੇਗਾ? ਕਾਰੋਬਾਰ ਕਰੇਗਾ। ਤੇ ਪਿਓ ਨੂੰ ਮਾਰਨ ਤੋਂ ਇਲਾਵਾ ਕੋਈ ਹੱਲ ਨਹੀਂ ਨਜ਼ਰ ਆ ਰਿਹਾ ਸੀ? ਨਹੀਂ ਸਰ। ਨਹੀਂ, ਜਿੰਦੇ ਜੀ ਨਹੀਂ ਦਿੰਦਾ ਸੀ ਪਿਓ? ਨਹੀਂ, ਕੁਛ ਨਹੀਂ ਦਿੰਦਾ ਸੀ? ਨਹੀਂ, ਬੜਾ ਪਰੇਸ਼ਾਨ ਕੀਤਾ। ਤੇ ਤੂੰ ਪਰੇਸ਼ਾਨ ਕੀਤਾ? ਕੀ ਪਰੇਸ਼ਾਨ ਕਰਦਾ ਸੀ ਤੈਨੂੰ? ਸ਼ਾਦੀ ਕਿੰਨੇ ਕੀਤੀ ਤੇਰੀ? ਵਾਲਦਾ ਨੇ ਕਹਿ ਕੇ ਕਰਵਾਈ, ਉਹ ਨਹੀਂ ਕਰਦਾ ਸੀ। ਅੱਛਾ, ਕਰਵਾਤੀ ਨਾ 23 ਸਾਲ ਦੀ ਉਮਰ ਚ? ਹੁਣ 23 ਸਾਲ ਦਾ ਤੂੰ? 11 ਮਹੀਨੇ ਪਹਿਲੇ ਸ਼ਾਦੀ ਹੋਈ? ਮੇਰੇ ਭਰਾ ਦੀ 28 ਸਾਲ ਉਮਰ ਹੈ। ਅੱਛਾ, ਉਹਦੀ ਸ਼ਾਦੀ ਨਹੀਂ ਹੋਈ? ਇਕੱਠੀ ਹੋਈ ਸਾਡੀ ਦੋਵਾਂ ਭਰਾਵਾਂ। ਹਾਂ, ਉਹਦੀ ਤੇ 28 ਸਾਲ ਹੈ, ਤੂੰ ਤੇਰੀ ਗੱਲ ਕਰ ਰਹੇ ਆ। 22 ਸਾਲ ਦੀ ਉਮਰ ਚ ਸ਼ਾਦੀ ਕਰਾ ਲਈ, ਲੋਕ ਤੇ 30-32 ਸਾਲ ਦੀ ਉਮਰ ਚ ਵੀ ਕਰਾਉਂਦੇ ਨੇ। ਜੀ ਸਰ। ਐਡੀ ਤੈਨੂੰ ਜਵਾਨੀ ਸ਼ੁਰੂ ਤੋਂ ਹੀ ਆਈ ਸੀ, ਅੱਗ ਲੱਗੀ ਸੀ, ਫਿਰ ਤੈਨੂੰ ਜਾਇਦਾਦ ਦਾ ਹਿੱਸਾ ਵੀ ਚਾਹੀਦਾ ਸੀ। ਤੇਰੇ ਬਕੋਲ 23 ਸਾਲ ਹੀ ਹੈ ਨਾ ਤੂੰ? ਹਾਂਜੀ। ਤੇ 22 ਸਾਲ ਦਾ ਸ਼ਾਦੀ ਕੀਤੀ ਜਦੋਂ 22 ਸਾਲ ਦਾ ਸੀ? ਹਾਂਜੀ ਜੀ ਸਰ। ਸਹੀ। ਹਾਂਜੀ। ਤੇ ਕੀ ਦੱਸਣਾ ਹੈ ਦੀ ਵਜੂਹਾਤ ਦੇ ਪਿੱਛੇ? ਦੱਸੋ ਕਿੰਨੇ ਕਰਾਈ ਸ਼ਾਦੀ ਤੇਰੀ? ਵਾਲਦਾ ਨੇ ਕਰਵਾਈ। ਵਾਲਦਾ ਨੇ ਕਰਵਾਈ? ਹਾਂਜੀ। ਹਾਂ, ਤੇ ਵਾਲਦਾ ਹੀ ਤੈਨੂੰ ਬਿਜ਼ਨਸ ਕਰਾ ਦਿੰਦੀ, ਪਿਓ ਕਿਉਂ ਮਾਰਿਆ ਫਿਰ?
ਜਵਾਬ ਦੇਣਾ ਹੈ। ਗੁੱਸੇ ਜੋ ਮਾਰ ਗੁੱਸਾ ਕਿਹੜਾ, ਤੂੰ ਤੇ ਪਲੈਨਿੰਗ ਕਰਕੇ ਮਾਰਿਆ ਬਕਾਇਦਾ ਤੌਰ ਦੇ ਉੱਤੇ। ਕਾਫੀ ਦੇਰ ਸਮਝਾते रहा तो नहीं समझा, गुस्से से आके मैं मार देता। ਗੁੱਸੇ 'ਚ ਆ ਕੇ ਮਾਰਤਾ ਹੈ। हाँ जी। ਸਹੀ ਹੈ। ਹੋਰ ਕੀ ਕੀ ਪਿਓ ਦੀ ਜ਼ਿੰਮੇਵਾਰੀ ਹੁੰਦੀ? ਤੈਨੂੰ ਲੋਕ ਵੇਖ ਰਹੇ ਆ, ਕਈ ਪੁੱਤਰ ਵੀ ਵੇਖ ਰਹੇ ਹੋਣੇ, ਉਹਨਾਂ ਨੂੰ ਦੱਸ ਪਿਓ ਮਾਰਨਾ ਚਾਹੀਦਾ ਹੈ? नहीं कभी भी नहीं मारना ਹੈ कभी भी नहीं मारना चाहिए। ਸਹੀ ਹੈ, ਨਹੀਂ ਮਾਰਨਾ ਚਾਹੀਦਾ। ਤੇ ਤੂੰ ਕਿਉਂ ਮਾਰਿਆ? बस गलती होगी बड़ी बड़ी। ਕੀ ਗਲਤੀ ਹੈ? ਲਾਲਚ, ਤੈਨੂੰ ਪੈਸਿਆਂ ਦੀ ਹਵਸ, ਐਡੀ ਛੋਟੀ ਜੀ ਉਮਰ 'ਚ ਸ਼ਾਦੀ ਵੀ ਤੂੰ ਕਰਾ ਲਈ ਆਪਣੀ ਵਾਲਦਾ ਨੂੰ ਕਹਿ ਕੇ 22 ਸਾਲ ਦੀ ਉਮਰ 'ਚ। ਉਸ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਸੀ, ਸ਼ਾਦੀ ਹੋ ਜਾਂਦੀ ਹੈ ਤੇ ਇੱਕ ਇਨਸਾਨ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ, ਉਹਨੇ ਆਪਣੀ ਬੀਵੀ ਬੱਚਿਆਂ ਨੂੰ ਆਪ ਲੈ ਕੇ ਚੱਲਣਾ ਹੁੰਦਾ। ਪਿਓ ਨੂੰ ਕਿਉਂ ਮਾਰਿਆ? ਸਹੀ ਉਹਨੇ ਮੇਰੀ ਜਾਇਦਾਦ ਵਾਸਤੇ ਮੇਰੀ ਮਾਂ ਨੂੰ ਇੰਨਾ ਮਾਰਿਆ ਸੀ, ਮੈਂ ਉਹੀ ਗੁੱਸੇ ਜਾ ਕੇ ਉਹਨੂੰ ਮਾਰ ਦਿੱਤਾ। ਜਾਇਦਾਦ ਵਾਸਤੇ ਮਾਂ ਨੂੰ ਮਾਰਿਆ ਸੀ ਇੰਨਾ? ਉਹ ਹੁਣ ਯਾਦ ਆਇਆ, ਪਹਿਲੇ ਕਦੋਂ ਮਾਰਿਆ ਸੀ ਉਹ? ਬਸ ਅਸੀਂ ਵੀ ਕਿੰਨੀ ਦਾ ਕਟਿੰਦੇ ਰਹੇ ਸਾਰੇ ਜ਼ਖਮ ਮੂੰਹ ਤੇ ਐਵੇਂ ਹੀ ਬਣੇ ਨੇ। ਫਿਰ ਮੈਂ ਵੀ ਗੁੱਸੇ ਜਾ ਕੇ ਉਹਨੂੰ ਮਾਰ ਦਿੱਤਾ। ਜ਼ਖਮ ਬਣੇ? ਹਾਂਜੀ ਆ ਜਿਹੜੇ ਬਣੇ ਨੇ ਮੇਰੇ ਵਾਲਦਾ ਮੈਨੂੰ ਕੁੱਟਦਾ। ਚਪੇੜਾ ਵੀ ਮਾਰਦਾ ਸੀ ਆਪਣੇ ਪਿਓ ਨੂੰ? ਕੌਣ? ਤੂੰ? ਨਹੀਂ ਚਪੇੜ ਆਈ ਆਪੇ ਤੂੰ ਕਿਹਾ ਹੱਥਾਂ ਪਾਈ ਹੁੰਦੇ ਰਹਿੰਦੇ ਸੀ। ਉਹ ਮੇਰੇ ਗਲ ਉਵੇਂ ਛੱਡ ਛੜਾ ਉਵੇਂ ਕਿੰਨੀ ਦਾ ਗੱਲ ਮਾਰਾ ਮੁੜਿਆ ਨਹੀਂ ਕਦੀ। ਚਪੇੜ ਨਹੀਂ ਮਾਰੀਆਂ, ਗੋਲੀਆਂ ਮਾਰੀਆਂ ਤੂੰ ਆਪਣੇ ਪਿਓ ਨੂੰ? ਹੈ ਕੀ ਕੀਤਾ ਜੀ? ਗੋਲੀਆਂ ਮਾਰੀ। ਗੋਲੀਆਂ ਮਾਰੀਆਂ। ਚਪੇੜ ਸਹੀ ਹੁੰਦੀ? ਗੋਲੀਆਂ? ਜਵਾਬ ਦੇ। ਚਪੇੜ ਵੀ ਪੈੜੀ ਹੁੰਦੀ, ਗੋਲੀ ਸਭ ਤੋਂ ਪੈੜੀ ਹੁੰਦੀ। ਸਭ ਤੋਂ ਪਹਿਲੀ ਹੁੰਦੀ ਹੈ ਗੋਲੀ। ਹੁਣ ਕੀ ਹੋਏਗਾ? ਤੇਰਾ ਵਾਲਦਾ, ਤੇਰੀ ਭੈਣਾ, ਚੱਲ ਤੂੰ ਤੇ ਤੇਰੀ ਬੀਵੀ ਦਾ ਕੀ ਬਣੇਗਾ? ਕਾਤਲ ਦੀ ਬੀਵੀ ਹੈ, ਕੱਲ ਨੂੰ ਬੱਚੇ ਹੋਏਗਾ, ਬੱਚਾ ਹੋਣ ਵਾਲਾ ਹੈ। ਹਾਂ ਚੌਥਾ ਮਹੀਨਾ। ਚੌਥਾ ਮਹੀਨਾ ਹੈ। ਤੇ ਉਹ ਜਦੋਂ ਬੱਚਾ ਪੈਦਾ ਹੋਏਗਾ ਉਹਨੂੰ ਪਤਾ ਲੱਗ, ਮਤਲਬ ਅੱਗੇ ਜਦੋਂ ਹੋਸ਼ ਸੰਭਾਲੇਗਾ ਉਹਦੇ ਪਿਓ ਨੇ ਕਤਲ ਕੀਤਾ ਹੈ ਔਰ ਉਹ ਆਪਣੇ ਪਿਓ ਨੂੰ ਕਤਲ ਕੀਤਾ ਹੈ। ਦੱਸ। ਹਾਂਜੀ। ਕੀ ਹਾਂਜੀ? ਸੋਚਦਾ ਨਹੀਂ ਹੈ ਤੂੰ ਗੱਲ? ਬਹੁਤ ਪਰੇਸ਼ਾਨ ਹੋ ਜਾਂਦਾ ਉਹ ਜਿਹੜਾ ਪੈਦਾ ਹੋਏਗਾ ਤੇ ਉਹ ਵੀ ਤੇ ਕਤਲ ਕਰੇਗਾ। ਤੂੰ ਤੇ ਤਰਬੀਅਤ ਉਹਦੀ ਇਹ ਕਰ ਰਿਹਾ ਕਿ ਪਿਓ ਨੂੰ ਕਤਲ ਕਰਨਾ। ਬੱਚੇ ਪਿਓ ਨੂੰ ਵੇਖ ਕੇ ਕਰਦੇ ਨਾ ਸਭ ਕੁਝ। ਹਾਂਜੀ। ਤੇ ਉਹਨੂੰ ਜਦੋਂ ਪਤਾ ਲੱਗੇਗਾ, ਹੋਸ਼ ਸੰਭਾਲੇਗਾ, ਮੇਰੇ ਪਿਓ ਨੇ ਕਤਲ ਕੀਤਾ ਹੈ ਆਪਣੇ ਪਿਓ ਨੂੰ, ਤੇ ਉਹ ਤੈਨੂੰ ਕਤਲ ਕਰੇਗਾ। ਕਰਨਾ ਚਾਹੀਦਾ ਤੈਨੂੰ ਕਤਲ ਉਹਨੂੰ? ਹਾਂਜੀ ਕਰਨਾ ਚਾਹੀਦਾ। ਹਾਂਜੀ। ਤੇ ਉਸ ਮਾਸੂਮ ਦਾ ਕੀ ਕਸੂਰ ਹੈ? ਉਹਨੂੰ ਜੰਮਦੇ ਹੀ ਤੂੰ ਕਾਤਲ ਬਣਾ ਰਿਹਾ। ਹਾਂਜੀ ਕਿਉਂ ਕਹੀ ਜਾਂਦਾ? ਮਾਫੀ ਚਾਹਣਾ ਹੈ। ਨਹੀਂ ਮੇਰੇ ਕੋ ਕੀ ਮਾਫੀ ਮੰਗਣੀ ਹੈ ਤੂੰ? ਸਾਡੇ ਵੱਲੋਂ ਤੇ ਮਾਫੀ ਹੈ। ਮਾਫੀ ਤੈਨੂੰ ਦੱਸ, ਲੋਕਾਂ ਨੂੰ ਦੱਸ, ਪਤਾ ਲੱਗੇ ਨਾ ਕੋਈ ਬਹੁਤ ਵੱਡਾ ਕੰਮ ਕੀਤਾ ਤੇ ਜਾਇਜ਼ ਕੀਤਾ। ਨਹੀਂ ਨਜਾਇਜ਼ ਕੀਤਾ। ਨਜਾਇਜ਼ ਕੀਤਾ? ਹਾਂਜੀ। ਹੁਣ ਤੇ ਕਹਿ ਰਿਹਾ ਸੀ ਉਹ ਮੇਰੇ ਮੂੰਹ ਤੇ ਨਿਸ਼ਾਨ ਬਣੇ, ਮੇਰੀ ਵਾਲਦਾ ਨੂੰ ਮਾਰਦਾ ਸੀ, ਮੈਂ ਕਤਲ ਦਾ ਬਦਲਾ ਲੈ ਲਿਆ। ਮੈਂ ਬੜੀ ਵੱਡੀ ਗਲਤੀ ਕੀਤੀ, ਮੈਨੂੰ ਇਸ ਗੱਲ ਦਾ ਪਛਤਾਵਾ। ਪਛਤਾਵਾ ਹੈ? ਹਾਂਜੀ। ਕਦੋਂ ਆਇਆ ਪਛਤਾਵਾ? ਕਤਲ ਕਰਨ ਤੋਂ ਬਾਅਦ? ਹਾਂਜੀ। ਕੀ ਸਜ਼ਾ ਹੋਣੀ ਚਾਹੀਦੀ ਤੈਨੂੰ? ਮਾਫੀ ਮੰਗ, ਮੈਂ ਉਹ ਨਹੀਂ ਬੋਲ ਸਕਦਾ। ਤੁਹਾਡੀ ਮਿਹਰਬਾਨੀ। ਨਹੀਂ ਬੋਲ, ਤੂੰ ਕਤਲ ਕੀਤਾ। ਇੱਥੇ ਹੀ ਖਲੋ। ਤੁਹਾਡੀ ਮਿਹਰਬਾਨੀ। ਇੱਧਰ ਆ, ਇੱਧਰ ਆ। ਕਤਲ ਕੀਤਾ, ਇੱਧਰ ਵੇਖ। ਰੋ ਲੈ। ਇਹ ਰੋਣਾ ਅੱਜ ਹੀ ਆਇਆ ਕਿ ਪਹਿਲੇ ਵੀ ਆਇਆ ਸੀ? ਬੋਲ ਯਾਰ, ਬੋਲ। ਅੱਗੇ ਵੀ ਆਇਆ। ਅੱਗੇ ਵੀ ਆਇਆ? ਕਦੋਂ ਆਇਆ? ਕਤਲ ਦੀ ਕੀ ਸਜ਼ਾ ਹੋਣੀ ਚਾਹੀਦੀ ਤੈਨੂੰ? ਜੋ ਮਰਜ਼ੀ। ਤੈਨੂੰ ਪਤਾ ਹੈ ਕਤਲ ਦੀ ਕੀ ਸਜ਼ਾ ਹੁੰਦੀ? ਨਹੀਂ ਪਤਾ? ਨਹੀਂ। ਅੱਛਾ, ਕਤਲ ਕਰਨਾ ਆਂਦਾ, ਪਿਸਤੌਲ ਚਲਾਣੀ ਆਂਦੀ, ਸ਼ਾਦੀਆਂ ਦੇ ਵਿੱਚ ਚਲਾਣਾ ਪਿਸਤੌਲ ਹੈ, ਪਿਓ ਮਾਰਦਾ ਹੀ, ਸਜ਼ਾਏ ਮੌਤ ਹੁੰਦੀ, ਫਾਂਸੀ ਹੁੰਦੀ ਇਹਦੀ ਸਜ਼ਾ। ਫਿਲਮ ਵੇਖੀ ਕਦੀ? ਨਹੀਂ। ਡਰਾਮਾ, ਟੀਵੀ ਕੁਛ ਨਹੀਂ ਵੇਖਦਾ? ਕੀ ਵੇਖਦਾ ਹੈ ਫਿਰ? ਕੀ ਵੇਖਣਾ? ਕੁਛ ਨਹੀਂ ਵੇਖਦਾ। ਕੁਛ ਨਹੀਂ ਵੇਖਦਾ? ਸਹੀ ਹੈ। ਤੇ ਕੀ ਸਜ਼ਾ ਹੋਣੀ ਚਾਹੀਦੀ ਤੈਨੂੰ ਫਿਰ? ਜੋ ਮਨਜ਼ੂਰ ਹੋਵੇ ਦੇ ਦੇ। ਮਾਫੀ ਤੇ ਨਹੀਂ ਹੋਣੀ ਚਾਹੀਦੀ ਤੈਨੂੰ? ਨਹੀਂ। ਉਹ ਕਿਉਂ ਨਹੀਂ ਹੋਣੀ ਚਾਹੀਦੀ? ਗਲਤੀ ਕੀਤੀ ਬੜੀ ਵੱਡੀ। ਸਜ਼ਾ ਮਿਲਣੀ ਚਾਹੀਦੀ। ਫਾਂਸੀ ਹੁੰਦੀ, ਫਾਂਸੀ ਹੋਣੀ ਚਾਹੀਦੀ ਤੈਨੂੰ। ਜਿਵੇਂ ਅੱਲਾਹ ਨੂੰ ਮਨਜ਼ੂਰ ਹੋਵੇ ਤਾਂ ਹੋਈ। ਨਹੀਂ, ਆਪਣੇ ਮੂੰਹੋਂ ਦੱਸ ਤੂੰ ਕੀ ਚਾਹੁੰਦਾ ਹੈ? ਅਗਰ ਵਾਕਈ ਸ਼ਰਮਿੰਦਾ ਹੈ ਤੇ ਦਿਲੋਂ ਕੀ ਚਾਹੁੰਦਾ ਤੈਨੂੰ ਕੀ ਸਜ਼ਾ ਹੋਵੇ? ਅਗਰ ਮਿਹਨਤ ਕਰਾਂ ਮਾਫੀ ਦੇ ਦੇਣ ਠੀਕ, ਨਹੀਂ ਤਾਂ ਜੋ ਘਰ ਵਾਲਾ ਮਨਜ਼ੂਰ ਹੋਵੇ ਤਾਂ ਕਰ। ਅੱਛਾ, ਮਾਫੀ ਮਿਲ ਗਈ ਤੇ ਕੀ ਕਰੇਗਾ? ਰੱਬ ਰਸੂਲ ਦੇ ਨਾਂ ਇਕੱਠੇ ਕਰਾਂਗਾ। ਤੇ ਉਹਦਾ ਕੀ ਕਰੇਗਾ? ਮਹਿਫੂਜ਼ ਜਗ੍ਹਾ ਤੇ ਰੱਖਾਂਗਾ। ਮਹਿਫੂਜ਼ ਜਗ੍ਹਾ ਤੇ ਰੱਖੇਗਾ। ਵੈਰੀ ਗੁੱਡ। ਕਿੱਡੇ ਅੱਛੇ ਤੇਰੇ ਵਿਚਾਰ ਹੈਗੇ। ਪਹਿਲੇ ਵੀ ਕਰਦਾ ਸੀ ਰੱਬ ਰਸੂਲ ਦੇ ਨਾਮ ਇਕੱਠੇ? ਮੈਂ ਘਰ ਵੀ ਪੈਣ ਮੈਂ ਇਕੱਠੇ ਕਰਕੇ ਰੱਖਾਂ। ਹਾਂ, ਪਤਾ ਲੱਗਾ ਤੇਰੀ ਤਫਤੀਸ਼ ਦੇ ਦੌਰਾਨ ਗੱਲ ਸਾਹਮਣੇ ਆਈ ਹੈ। ਤੇ ਰੱਬ ਰਸੂਲ ਹਾਂਜੀ
ਕੀ ਹੁਕਮ ਦਿੰਦੇ ਨੇ? ਪਿਓ ਨੂੰ ਕਤਲ ਕਰਨ ਦਾ ਦਿੰਦੇ ਨੇ, ਉਹਦੀ ਖਿਦਮਤ ਕਰਨ ਦਾ ਦਿੰਦੇ ਨੇ, ਕੀ ਦਿੰਦੇ ਨੇ? ਅਗਰ ਪਿਓ ਸਹੀ ਹੋਵੇ ਤੇ ਫਿਰ ਖਿਦਮਤ, ਜੇ ਪਿਓ ਖਰਾਬ ਹੋਵੇ ਫਿਰ ਖਿਦਮਤ, ਫਿਰ ਦੀਨ ਦੇ ਕਾਬਿਲ ਨਹੀਂ ਰਹਿੰਦਾ। ਬੰਦੇ ਨੂੰ ਆਪਦੇ ਘਰ ਦਾ ਪਤਾ ਹੁੰਦਾ। ਤੁਸੀਂ ਮੈਂ ਤੁਹਾਨੂੰ ਕਾਫੀ ਦਫਾ ਟੀਵੀ ਚੈਨਲ ਤੇ ਵੇਖਿਆ, ਇਹ ਗੱਲ ਨਹੀਂ ਹੈਗੀ, ਲੇਕਿਨ ਹਰ ਬੰਦੇ ਨੂੰ ਆਪਦੇ ਘਰ ਦਾ ਪਤਾ ਹੁੰਦਾ ਕਿ ਤੁਸੀਂ ਆਪਣੀ ਜਗ੍ਹਾ ਸਹੀ ਹੈ, ਮੈਂ ਆਪਣੀ ਜਗ੍ਹਾ ਸਹੀ ਹਾਂ, ਮੈਨੂੰ ਪਤਾ ਮੇਰੇ ਘਰ ਦੇ ਕੀ ਮਾਲੂਮਾਤ ਨੇ। ਜ਼ਿੰਦਗੀ ਜੀਣ ਦੇ ਤੈਨੂੰ ਇੱਕ ਘਰ ਮਿਲਿਆ, ਤੂੰ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ, ਆਪਣੀ ਬੀਵੀ ਨੂੰ ਪਾਲ, ਉਹਦੇ ਤੋਂ ਬਾਅਦ ਬੱਚਾ ਹੁੰਦਾ ਉਹਨੂੰ ਪਾਲ। ਇੱਕ ਮਰਦ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਕਿਸੇ ਦੇ ਪੈਸਿਆਂ ਦੇ ਉੱਤੇ ਅੱਖ ਰੱਖ ਕੇ ਨਹੀਂ ਬਹਿੰਦਾ ਕੋਈ ਵੀ ਮਰਦ। ਕਿਸੇ ਦੇ ਪੈਸੇ ਮੇਰੇ ਆਪਣੇ ਨਾਨੇ ਦੇ, ਮੈਂ ਕਿਸੇ ਦੇ ਪੈਸੇ ਮੇਰੇ ਆਪਣੇ ਨਾਨੇ ਨੇ ਮਿਹਨਤ ਕਰਕੇ ਬਣਾਈ। ਉਹ ਜਿਹੜੇ ਤੋੜ ਦੇ ਗਵਾਣਾ ਪਏ, ਸਾਡੇ ਨਾਨੇ ਨੇ ਪੇਟਾ ਬੱਕਰੀਆਂ ਬਣਾ ਕੇ ਮਿਹਨਤ ਕਰਕੇ ਪੈਸੇ ਬਣਾਏ ਨੇ। ਉਹਨੇ ਉਹ ਸੂਤ ਤੇ ਪੈਸੇ ਨਹੀਂ ਦਿੰਦੇ ਸੀ, ਨਾਨੇ ਨੇ ਬਣਾਏ, ਤੇਰੀ ਅੰਮੀ ਨੇ ਦਿੱਤੇ, ਉਹ ਸੂਤ ਤੇ ਪੈਸੇ ਨਹੀਂ ਦਿੰਦੇ ਹੁੰਦੇ। ਤੇ ਤੇਰੇ ਨਾਨੇ ਦਾ ਤੇਰੇ ਨਾਲ ਕੀ ਤਲਕ ਹੈ ਕਿ ਤੇਰੀ ਮਾਂ ਨਾਲ ਤਲਕ ਹੈ? ਮੇਰੇ ਨਾਨਾ ਤਾਂ ਕਹਿੰਦਾ ਸੀ ਵੀ ਇਹਨੂੰ ਛੱਡ ਦੇ, ਮੇਰੀ ਮਾਂ ਨੇ ਨਹੀਂ ਮੰਨੀ। ਤੇ ਮਾਰ ਦੇਣਾ ਚਾਹੀਦਾ ਸੀ, ਇਹਦਾ ਮਤਲਬ ਹੈ। ਫਿਰ ਤੇ ਤੂੰ ਠੀਕ ਕੀਤਾ। ਸ਼ਰਮਿੰਦਗੀ ਤੇ ਕੋਈ ਵੀ ਨਹੀਂ ਹੈ ਤੈਨੂੰ, ਜਿਹੜੀਆਂ ਤੇਰੀਆਂ ਹੁਣ ਤੱਕ ਦੀਆਂ ਗੱਲਾਂ। ਦੱਸ ਮੈਨੂੰ, ਉਹ ਨਾਮ ਤੂੰ ਇਕੱਠੇ ਕਰਨਾ ਹੈ, ਉਹ ਨਾਮਾਂ ਦੇ ਅਹਿਕਾਮਾਤ ਨਹੀਂ ਮੰਨਦਾ, ਉਹਨਾਂ ਦੀ ਜਿਹੜੀਆਂ ਗੱਲਾਂ ਹੈ ਉਹ ਨਹੀਂ ਮੰਨਦਾ। ਉਹ ਕਿੱਥੋਂ ਮੰਨਣਾ? ਤੂੰ ਤੇ ਕਾਤਲ ਹੈ ਆਪਣੇ ਪਿਓ ਦਾ। वालदा अगर मुदैया है तो वो भी किसी के कहने पे अपने बच्चों के, भाई के, किसी के कहने पे माफ़ कर देती है। वालदा, लेकिन वो लीस्ट इंटरेस्टेड हैं, बिल्कुल उनका पुलिस के साथ कोऑपरेशन नहीं है, बैसियत मदई। तो इस सूरत हाल में क्या करेंगे आप? किस तरह से इसे करार वाक़े सज़ा दिलवा सकेंगे आप? अब हमने ना सेक्शन 311 PPC की है, वो ऐसे केसेस में जिनका सोशल इम्पैक्ट होता है, ऐसे क्राइम 311 का, उसकी एडिशन के लिए हमने प्रोसेस कर दी है। खुद कहता है कि मैं मुद्दई, हाँ मुद्दई बनूंगा। अच्छा, उसके बाद इसकी FIR इसकी वालदा की मुद्दईयत में हुई, और दूसरे चाचा वगैरह भी बनना चाहते, लेकिन इन्होंने कहा नहीं, मुद्दई अपनी वालदा को ही बनवाया। तब तक आपको शक था इस हाँ, पे? मुझे इस पे देख रहा था कि इसकी, जब मैंने देखी बॉडी लैंग्वेज, इसकी बॉडी लैंग्वेज सही नहीं थी, और ये नजरें नहीं मिला, चुरा रहा था। नाजरीन, हमारे साथ SHO थाना B डिवीजन डॉक्टर जुल्फकार अली मौजूद हैं। उन्हीं से जानते हैं कि बेटे ने अपने बाप को कत्ल कैसे कर दिया और फिर इन्होंने कैसे गिरफ्तार किया, और इनसे इनकी राय भी जानेंगे कि आजकल मुआशरे में क्या हो रहा है। बहुत शुक्रिया जुल्फकार साहब, आपने वक्त दिया। आप पुलिस ऑफिसर के साथ साथ डॉक्टर भी हैं, PhD स्कॉलर हैं। ये बताइएगा, हमारे मुआशरे में आजकल क्या होता जा रहा है कि बच्चे अपने वालिदैन को कत्ल कर रहे हैं? ये भी एक अजीब सा केस है। पहले तो आपने किस तरह से इसकी तफ्तीश का आगाज़ किया जब आपको इत्तलात मसूल हुई? जी थैंक यू वेरी मच, आप इतने सख्त मौसम में तशरीफ़ लाए, सर्दी है तो आपका शुक्रिया। ये 18 दिसंबर 2022 को इवनिंग में 15 के ज़रिए में इतला मिलती है कि किसी खादम नामी बंदे को किसी ने मर्डर कर दिया। ठीक है, अंधा कत्ल, ब्लाइंड मर्डर, ब्लाइंड मर्डर। तो मौके पे मैं पहुंचा हूँ, DSP यकूब अवान साहब पहुँचे हैं, और हमने PFSA की टीम बुलाई है, और हमारा क्राइम सीन यूनिट गया है। जितने पुलिस की एक्टिविटीज़ होती हैं क्राइम सीन पे, वो सारी हमने कंप्लीट की हैं। सही। तो वहाँ पे मकतूल की जो फैमिली है उसके साथ भी इंटरेक्शन होता रहा है, उसकी बीवी के साथ, उसके बच्चों के साथ, सबके साथ, अहले महल्ला के साथ। कोई क्लू नहीं था, क्लूलेस केस था। ठीक है, गोलियां लगी उम्मीद थी? हाँ, 4 गोलियां लगी थी विक्टिम को मौके पे, जो हमने ऑब्जर्व किया। पोस्टमार्टम रिपोर्ट में भी यही है। तो मौके से हमें वो शेल वगैरह भी हमने कब्जे में ले लिए, लेकिन क्लू नहीं मिल रहा था, कोई बंदा बात नहीं कर रहा था। लेकिन थोड़ी सी प्रॉब के बाद हमें थोड़े से शकूक व शुबहात जो हैं वो इतने को हुए कि ये बाउंड्री के अंदर ही मर्डर की इंफॉर्मेशन मौजूद है। सही, मतलब घर के अंदर इंफॉर्मेशन एटलीस्ट जरूर मौजूद है। सही, को किसी बात को कंसील किया जा रहा है। क्योंकि एक पुलिस ऑफिसर जब मौका पर जाता है तो वो मुख्तलिफ जावियों से तफ्तीश करता है कि ये डकैती मर्डर तो नहीं है, कोई दुश्मनी है, क्या तनाज़ा हो सकता है। एग्जैक्टली यही सूरत हाल थी। लेकिन दूसरी तरफ वो अग्रीड भी थे, हम अग्रेशन भी शो नहीं कर सकते थे, हम प्रोएक्टिव नहीं हो सकते थे, क्योंकि उन्होंने कहना था जी हमसे, हमारा एक तो मर्डर हो गया और हमसे तफ्तीश करने हैं, सवाल जवाब शुरू कर दिए। खैर, जो मकतूल का बेटा है इमदाद हुसैन, मौके पे मुझे मिला है, तो मुझे कहता है जी कि मैं तो कोई कार्रवाई नहीं करवाना चाहता, अल्लाह की रज़ा थी
हो गई है, बस ठीक है ना, हम पोस्टमार्टम करवाना चाहते हैं, हम सही। कार्रवाई भी नहीं चाहते। मैंने उसको समझाया भी ऐसे नहीं होता, एक इंसानी जान गई है, कोई इंसानी जान से बढ़ के दुनिया में कोई कीमती चीज़ नहीं है, तो प्रोसेस तो होगा। मर्डर जो की कानूनी FIR भी कार्रवाई होती है, हाँ कानूनी और कार्रवाई पोस्टमार्टम है। भी होता है। खैर उसकी फैमिली भी थोड़ी सी हेजिटेट कर रही थी, लेकिन हमने उनको समझाया तो वो उसकी वालदा आ गई और ये उसका बेटा भी आ गया साथ FIR करवाने के लिए। ठीक है। इमदाद हुसैन इधर बैठे रहे मेरे साथ, इंटरेक्ट करते रहे, मैं इंफॉर्मेशन लेता रहा हूँ, और मैं बिल्कुल उसके ना कुछ चेहरे पे मलाल था ना इसी रूम में। अच्छा। जिस चेयर पे आप बैठे हैं इसी चेयर पे वो बैठा था। अच्छा, तो सवालों जवाब हाँ, होते रहे मैं उससे। क्योंकि मैं तो बकुआ की इन्फॉर्मेशन ले रहा था ना, कैसे मर्डर हो गया। अभी एक 6-6:15 बजे का टाइम है शाम का, और इतना सन्नाटा भी नहीं है, बाजार चल रहा है, सब कुछ है, और किसी ने देखा भी नहीं। हाँ किसी ने देखा भी नहीं है, ना इन होते हुए देखा ना आउट होते हुए देखा किसी ने। ये हमारे लिए बड़ा चैलेंज बन गया कि कैसे हम कातल तक पहुँचे। सही। हमने ह्यूमन इंटेलिजेंस के ज़रिए डिप्लॉयमेंट कर दी, सिविल कपड़ों में पुलिस वालों को उधर भेज दिया कि उधर बैठें, फातिहा के लिए जाएं और चेक करें लोग क्या बातें करते हैं और आगे महल्ले वाले क्या बात करते हैं, टॉक ऑफ द टाउन क्या है। सही। तो सभी यही बात आके बताई कि जनाब कि ये उधर घर के अंदर कोई इन्फॉर्मेशन मिल सकती है सर, लेकिन अभी नया नया मर्डर हुआ है तो अभी मुनासिब नहीं है कि हम फैमिली को प्रॉप करें। ठीक है। इसी इसरा में एक छोटा सा बच्चा है, 6-7 साल उसकी उम्र है, वो उधर थोड़ा सा अजीब अंदाज से खड़ा था, तो उसको मैंने साइड पे ले जाके पूछा, हाँ बच्चे क्या हालात है, क्या है ये वो। पहले तो मैं कहता मैं वैसे ही खड़ा हूँ, फिर उसने मुझे बताया कि अंकल ये फ़लाँ बंदा है जिसको मैंने देखा है कि उसके हाथ में वेपन था, तो वो अच्छा। जैसे भागा था। बच्चे ने छोटे से बच्चे ने ये इन्फॉर्मेशन दी, सही। और बच्चे की वो सच्चाई थी कि उसकी इन्फॉर्मेशन को हम फुल्ली रिलाई भी नहीं कर सकते थे और इग्नोर भी नहीं कर सकते। इग्नोर भी नहीं कर सकते। खैर उसकी इन्फॉर्मेशन की बेस पे हमने वर्किंग शुरू कर दी इस स्पेसिफिक पैटर्न पे। तो जनाजा हो गया, अगले दिन कुल सेरेमनी होगी। इवनिंग को मैंने आईओ को कहा कि वो इमदाद हुसैन को बुलाएं, उससे चेक करें, भी बताए हमें इन्फॉर्मेशन कैसे मर्डर हो गया ये। अच्छा उसको बुलाने की आदत, घर वाले सारे उन्होंने हम भी चलते हैं सारे, बताते हैं आपको। ठीक है। हमने कहा नहीं हमने इस बच्चे से पूछना है, बोले ये इसके पास बेहतर इन्फॉर्मेशन होगी, ये अभी जवान आदमी है, आप लोग मेहमान आए हैं अफसोस करने के लिए, आप लोग उनको डील करें। हमने टैक्टफुली इसको बुला लिया था। सही। इमदाद को बुला लिया। इमदाद से पूछा, ये पहले तो आई भाई शाही इधर उधर की कहानियाँ सुनाता रहा मैं कि मेरा बाप बड़ा अच्छा था, तो फलाना था, ये वो बेडरूम में करता रहा, क्योंकि बड़ा सफाक, बड़ा क्लेवर और बड़ा होशियार ये कातल है, शातिर, बहुत शातिर। इंटेरोगेशन इससे प्रॉपर की, इससे कहा भी अब हमें ट्रुथ सामने आ गई है, अब तुम ना ऐसे कर। तो फिर इसने जनाब कन्फेशन कर लिया। अच्छा। हाँ जी वो जल्दी मान गया कि घुमाता रहा है? बस आधा घंटा घुमाया। अच्छा। आधे घंटे बाद क्योंकि हमारी पूरी टीम बैठी हुई थी, सारे से क्वेश्चन कर रहे थे, तो फिर इसको कहा कि आपने जब बताया ना कि आप इतने बजे, जो बच्चे ने इन्फॉर्मेशन हमसे शेयर की तो वो चीज़ें हमने इससे शेयर की, तो इसने कहा इनको तो पता चल गया। सही। तो इसने फिर मान लिया कि हाँ जी मैंने मर्डर किया। फिर पूछा इसने क्यों मर्डर किया। उसके एक्चुअली इसका जो मकतूल था फादर इसका, वो करोड़ों की जायदाद का मालिक था। अच्छा। लेकिन वो बच्चों पे खर्च नहीं करता था। ठीक। इसका रंज था, इसकी शादी को 9-10 माह हुए हैं, इसके अपने खर्चे थे, ये चाहता था मैं काम ना करूं, मेरा वालिद ही मुझे पैसे दे, उसमें मुझे से भी हिस्सा लेके काम करना चाहता था। हाँ हिस्सा भी नहीं, मुझे खर्चा दे। सही। इसने अपने बाप से पहले पैसे पूसे भी लिए भी हैं। एक दफ़ा उसने 5 लाख इसको दिया है, एक दफ़ा लाख दिया है। और इस इंसिडेंट के थोड़ा अर्सा पहले, 2-3 दिन पहले, इसने अपने वालिद की बाइक ले जाकर किसी को भेज दी। अच्छा। यानी कि वालिद के साथ इसके फाइनेंशियल मामला चल रहे थे। इसको ये था कि मेरा वालिद मुझे पैसे नहीं देता और उसके पास पैसे हैं, उसकी अच्छी लाइफ है और मैं बड़ी गुर्बत में ज़िंदगी गुजार रहा हूँ। ये काम भी करता था कोई कह रहा है कि मैं करता था, कढ़ाई का काम करता था, स्टिचिंग वगैरह का,
لیکن یہ کام میں اس کا دل نہیں تھا نا, اس کو باپ کی دولت کا لالچ تھا, صحیح. تو اس کی طرف دھیان اس کا زیادہ تھا. یہ خیر مان گیا. خیر اس نے پھر ویپن بھی ہمیں, ویپن آف آفینس جو ہے اعلیٰ قتل, وہ بھی ہمیں برآمد کرا دیا خود ہی. خیر اس نے حقیقت کو تسلیم کر لیا کہ میں مان لیا ہے, لیکن یہ اتنا شفاق ہے, اس کو کوئی ملال نہیں ہے کہ میں نے اپنے باپ کو قتل کیا ہے. یہ بیسیکلی 2 بھائی ہیں, مین تو یہی ان کے پاس ہی آنی تھی, میل تو یہی ہے, ایک یہ ہے کہ اس کا بھائی ہے, دوسرا اور بہنیں 3. بہنیں 3 ہیں. تو ظاہر ہے اس کے بعد وارث انہوں نے بننا تھا, کس نے بننا تھا. اب اس کیس میں اس کی والدہ جو ہے وہ کمپلینٹ ہے, مدعیہ وہ ہے, مدعیہ. ٹھیک ہے. تو اس کو یہ بھی اس کے ذہن میں یہی ہوگا نا کہ میری والدہ نہیں بننا ہے تو ہماری گھر میں ہی بات رہ جائے گی. ہاں یہ ڈاکٹر صاحب بڑا اہم سوال ہے, کیونکہ اکثر اوقات ایسے جو مقدمات درج ہوتے ہیں واقعات کے بعد, اس میں 90%, 95 یا 99% چانسز ہوتے ہیں کہ صلح ہو جاتی ہے. والدہ اگر مدعیہ ہے تو وہ بھی کسی کے کہنے پہ اپنے بچوں کے, بھائی کے, کسی کے کہنے پہ معاف کر دیتی ہے. تو ایسا کوئی قانون میں کوئی ایسی چیز ہے کہ جس سے ان ملزمان کو ان کے کیے کی قرار واقعہ سزا ملے, یہ رہا ہو کہ دوبارہ کوئی جرم نہ کر سکے؟ ایگزیکٹلی دیکھیں, جس دن سے ان کے گھر والوں کو پتہ چلا ہے نا کہ یہی قاتل ہے, اس کی ماں کو پتہ چلا ہے, تو وہ اس کیس میں انٹرسٹ ہی نہیں لے رہے, بالکل انٹرسٹ نہیں لے رہے. اب پولیس کا انٹرسٹ ہے کہ ظاہر ہے جس کا کوئی وارث نہیں ہوتا اس کی ریاست پھر وارث پہ. بالکل ایسا ہی, وہ تو پولیس کی مدعیت میں اگر مقدمہ درج ہو, لیکن یہ تو مدعیہ اس کی والدہ ہے. والدہ, لیکن وہ لیسٹ انٹرسٹڈ ہیں, بالکل ان کا پولیس کے ساتھ کوآپریشن نہیں ہے بحیثیت مدعی. تو اس صورتحال میں کیا کریں گے آپ, کس طرح سے اسے قرار واقعہ سزا دلوا سکیں گے آپ؟ اب ہم نے نا سیکشن 311 PPC کی ہے, وہ ایسے کیسز میں جن کا سوشل امپیکٹ ہوتا ہے, ایسے کرائم 311 کا, اس کی ایڈیشن کے لیے ہم نے پروسیس کر دی ہے, اور ہم انشاءاللہ وہ اس میں ایڈ کریں گے اس سیکشن کے ساتھ. چلان ہوگا تو اس سے پھر جو ان کا جو کمپرومائز ہے نا, ڈسکریٹ بیٹھ جائیں گے انشاءاللہ, وہ ڈسکریج ہوگا. اچھا وہ کس طرح ممکن ہے ڈاکٹر صاحب؟ ایک تو ہمارے ویسے بھی کہ یہاں پہ دیت بھی دی جا سکتی ہے, مدعی یا مدعیہ معاف بھی کر سکتے ہیں, تو پھر وہ کس طرح سے 311 رکاوٹ بنے گی اس ساری صورتحال میں, سینیریو؟ بیسیکلی اس سیکشن کی جو بیک گراؤنڈ ہے وہ قرآن پاک کی آیت کریمہ ہے. صحیح. اس میں اللہ تعالیٰ فرماتے ہیں کہ اس کا میں آپ کو مفہوم بتاتا ہوں کہ اللہ ڈز ناٹ لائک دا ٹرانسگریسر, کہ اللہ تعالیٰ جو زیادتی کرنے والوں کو پسند نہیں کرتا. صحیح. اینڈ ڈو ناٹ کریٹ مسچیویس ایکٹس آن دا ارتھ, یہ اللہ تعالیٰ فرماتے ہیں کہ ایسے آپ کام نہ کریں جس سے معاشرہ برائی کی طرف جائے. ایک بیٹے کا باپ کو مرڈر کر دینا بہت بڑا المیہ ہے, نہ صرف محلے پہ اثر ہے بلکہ سوسائٹی پہ اثر ہے. اسی ایک انسیڈنٹ نے آپ کو مجبور کیا ہے اب لاہور سے اس موسم میں تشریف لائیں, اس کا مطلب آپ کو امپیکٹ ہوا نا. بالکل ایسے ہی. تو اس سیکشن کی 311 کی بیک گراؤنڈ یہ ہے, یہ اسی بیک گراؤنڈ پہ بنایا گیا ہے کہ اس میں پھر جو مدعی ہے اس کا وہ جو کمپرومائز کا رائٹ ہے وہ ویو آف ہو جاتا ہے. صحیح. یہ تو بڑا زبردست ہے. مطلب اکثر اوقات کیسز تو درج ہوتے ہیں لیکن وہ 302 کی حد تک ہی رہتا ہے, صرف مرڈر کی دفعات کے تحت. تو یہ دفعات زیادہ تر استعمال میرے خیال سے, میں نے تو ان کو پہلے نہیں ہوتے ہوئے دیکھا. یعنی یہ ہم انیشیٹو لے رہے ہیں, بہت تھوڑے کیسز میں ہوتا ہے. اچھا اسے ایڈ کرنے کا کیا طریقہ ہوتا ہے؟ آپ ہی کے تھرو ہو جاتا ہے یا ہائی آفیشل سے آپ کو نہیں کروانا پڑتا ہے؟ ہاں نہیں, وہ اس کے لیے ہم نے میئر کیا جو معاشرے میں امپیکٹ آیا, لوگوں نے کیا. جب لوگوں کو پتہ چلا کہ بیٹا ہی قاتل ہے تو انہوں بڑا فیل ہوا. جو پیرنٹس کا انسٹیٹیوشن ہے, پیرنٹس اپنے آپ کو انسیکیور فیل کرتے ہیں. بالکل. دیکھیں برائی ایسے ہی بڑھاوا لیتی ہے. صحیح. تو ہم نے لکھ کے بھیجا ہوا, میرے سینئرز نے آگے, ہم نے پروسیکیوشن ڈپارٹمنٹ میں گیا ہوا کیس, انشاءاللہ وہ آ جائے گا 2-4 دن میں. جو ہی آئے گا ہم وہ سیکشن آئی او جو ہے وہ ایڈ کر دے گا اس کیس کے ساتھ. پھر یہ امید ہے کہ اس کے کیے کی نہیں, امید نہیں, پھر تو شور ہے نا. شور ہے. ہاں پھر شور ہے, پھر کورٹ جو ہے اس کے اس رائٹ کو تسلیم نہیں کرے گی. تسلیم نہیں کرے گی. تھینک یو سو مچ ڈاکٹر صاحب, بہت شکریہ آپ نے وقت دیا. جی تھینک یو, آپ کا بہت شکریہ. ناظرین اس وقت ہمارے ساتھ تفتیشی آفیسر محمد شریف موجود ہیں جنہوں نے بیٹے کے ہاتھوں باپ کے قتل کی تفتیش کی اور اس ملزم کو گرفتار کیا.
जो मुलजिम पहले खुद भी मुद्दई बनना चाहता था। शरीफ साहब बहुत शुक्रिया, आपने वक्त दिया। ये बताइएगा, ये अजीबोगरीब सा वाक़या, एक बेटे ने अपने बाप को ही कत्ल कर दिया। पहले तो ये ब्लाइंड मर्डर था, अंधा कत्ल, तो कैसे आपने तफ्तीश का आगाज़ किया? मैं मोरगा 18-12 वक्त शाम गश्त पर था, तो वहाँ मुझे 1 पर कॉल मौसूल हुई, तो मैं जाए वकूफ़ पर पहुँच गया। जाए वकूफ़ पर पहुँचा तो बहुत सारे लोग जाए वकूफ़ पर मौजूद थे, और ये बकार किस्म का कातिल भी वहाँ आंसू बहा रहा था। मैंने जाए वकूफ़ पर और दूसरे लोग और मज़ीद मेरे अफसर भी आ गए, हमने चेक किया, जाए वकूफ़ को देखा, तो उसके बाद पोस्टमार्टम के लिए ये कह रहा था कि पोस्टमार्टम मुझे अपने वालिद का नहीं करवाना। वहाँ तो चीर फाड़ हो गई, ये वो अपने दूसरे भाई को भी रजामंद कर रहा था और दूसरे लवाहिकीन को भी रजामंद कर रहा कि हमने पोस्टमार्टम नहीं करवाना। लेकिन हमारे इसरार की वजह से हमने उनको समझाया कि पोस्टमार्टम होने दो, इसकी सिर्फ ये मर्डर है, ब्लाइंड मर्डर है, इसके इंशाल्लाह ट्रेस होगा, और इसको ज़रूरी है इसके मुलज़मान को हम कैफरे किरदार तक पहुंचाएंगे गिरफ़्तार करके। इसलिए इस घर मजबूर हुआ अपना ये लहाइकिंग इसको ले आए, और यहाँ काफ़ी देर हमारे पास थाने में बैठा रहा। फिर मुद्दई बनने की कोशिश की इसने कि मैं खुद मुद्दई बनूँगा। सही। वो मुद्दई तो इसको फिर और दूसरे लवाहिकीन को इन्होंने डिस्कस करते रहे, फिर उसकी वालदा को मुद्दई बनाया गया। खुद कहता है कि मैं मुद्दई हाँ, मुद्दई बनूँगा। अच्छा। उसके बाद इसकी FIR इसकी वालदा की मुद्दईयत में हुई, और दूसरे चाचा वगैरह भी बनना चाहते, लेकिन इन्होंने कि नहीं, मुद्दई अपनी वालदा को ही बनवाया है। बहुत शुक्रिया। नाज़रीन, लालच और हवस इंसान को इस कदर अंधा कर देती है कि उसे किसी भी रिश्ते की अहमियत नजर नहीं आती, जिस तरह के इस केस में भी हुआ कि एक बेटे ने अपने ही सगे बाप को फायरिंग करके मौत के घाट उतार दिया। लिहाजा अपने बच्चों की ऐसी तरबियत करें कि वो इस बीमारी से कोसों दूर रहें, ताकि अंजाम इस तरह का भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह ने के बाद।